ਨਾਨਕ ਸਿੰਘ ਦਾ ਨਾਵਲ ਗੰਗਾ ਜਲੀ ਵਿੱਚ ਸ਼ਰਾਬ ਦਾ ਅੰਗ 23ਵਾਂ। ਡੁੱਬਦੇ ਸੂਰਜ ਦੀ ਲਾਲੀ ਕਿੰਨੀ ਸੁਹਾਵਣੀ ਹੈ ਉਰਵਸ਼ੀ। ਹਾਂ, ਜਿੱਕਣ ਸਾਰੀ ਦੁਨੀਆ ਨੂੰ ਅੱਗ ਲੱਗੀ ਹੋਈ ਹੈ। ਤੇ ਵੇਖਿਆ ਉਹ ਸਾਹਮਣੇ ਚੋਟੀ ਉੱਤੇ ਪੀਲੇ ਪੀਲੇ ਦਰਖਤਾਂ ਦਾ ਝੁੰਡ ਬਹਾਰ ਦੀ ਉਡੀਕ 'ਚ ਕਿਸ ਤਰ੍ਹਾਂ ਹਰ ਇੱਕ ਟਹਿਣੀ ਮਸਤੀ ਨਾਲ ਝੂਮ ਰਹੀ ਹੈ। ਜਿਵੇਂ ਸੜ ਰਹੀ ਦੁਨੀਆ ਨੂੰ ਵੇਖ ਵੇਖ ਕੇ ਅਫਸੋਸ ਨਾਲ ਸਿਰ ਧੁੰਨ ਰਹੀਆਂ ਨੇ ਉਹ ਟਹਿਣੀਆਂ। ਉਰਵਸ਼ੀ, ਇਹ ਤੇਰੀਆਂ ਸ਼ਾਇਰਾਨਾ ਤਸ਼ਬੀਹਾਂ ਕਿੰਨੀਆਂ ਬੇਢੁਕਵੀਆਂ ਨੇ ਕਿ ਤੂੰ ਅੱਜ ਇਸ ਤਰ੍ਹਾਂ ਗੁਆਚੀ ਗੁਆਚੀ ਲੱਗਦੀ ਏ। ਧਰਤੀ 'ਚ ਬੀਜੇ ਹੋਏ ਬੀਜ ਨੂੰ ਉੱਗਣ ਤੇ ਫੁੱਲਣ ਲਈ ਇੱਕ ਮਿੱਥਵੇਂ ਸਮੇਂ ਤੇ ਹਵਾ ਪਾਣੀ ਦੀ ਲੋੜ ਹੁੰਦੀ ਹੈ। ਪਰ ਕਿੱਡੀ ਅਜੀਬ ਹੈ ਮਨ ਦੀ ਧਰਤੀ, ਜਿਸ 'ਚ ਬੀਜਿਆ ਹੋਇਆ ਬੀਜ ਜੋ ਅਣਉੱਗਿਆ ਪਿਆ ਰਹੇ ਤਾਂ ਸਦੀਆਂ ਲੰਘਾ ਦੇ, ਤੇ ਜੇ ਉੱਗਣ ਤੇ ਆਏ ਤਾਂ ਘੜੀਆਂ ਪਲਾਂ 'ਚ ਹੀ ਇੰਨਾ ਵਿਸ਼ਾਲ ਹੋ ਜਾਂਦਾ ਹੈ ਕਿ ਅਨੇਕਾਂ ਦੁਨੀਆਂ ਇਹਦੇ ਸਾਈ ਹੇਠ ਦੱਬ ਘੱਤਣ। ਉਰਵਸ਼ੀ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਲਾਇਲਪੁਰ ਦੀ ਇੱਕ ਗਲੀ 'ਚ ਰਾਤ ਵੇਲੇ ਮਦਨ ਨਾਲ ਗੱਲਾਂ ਕਰਦਿਆਂ ਵੇਖਿਆ ਸੀ, ਪਰ ਅੱਜ ਅਸੀਂ ਉਹਨੂੰ ਸਤ੍ਹਾ ਸਮੁੰਦਰ ਤੋਂ 6,500 ਫੁੱਟ ਦੀ ਉਚਾਈ ਤੇ ਵੇਖ ਰਹੇ ਹਾਂ। ਮਸੂਰੀ ਪਹਾੜ ਦੀ ਇੱਕ ਹਰੀ ਭਰੀ ਚੱਟਾਨ ਤੇ ਬੈਠੇ ਹਾਂ। ਉਸ ਰਾਤ ਜਦੋਂ ਮਦਨ ਨਾਲ ਗੱਲਾਂ ਕਰਦੀ ਦਿਖਾਈ ਦਿੱਤੀ ਸੀ, ਮਦਨ ਬਾਰ-ਬਾਰ ਉਸ ਵੱਲ ਤੱਕਦਾ ਸੋਚਦਾ ਸੀ ਕਿ ਉਹ ਉਰਵਸ਼ੀ ਹੈ। ਪਰ ਅੱਜ ਅਸੀਂ ਜਦ ਉਰਵਸ਼ੀ ਨੂੰ ਪ੍ਰਕਾਸ਼ ਦੇ ਨਾਲ ਬੈਠੀ ਵੇਖਦੇ ਹਾਂ ਤਾਂ ਉਹੀ ਮਦਨ ਵਾਲਾ ਸਵਾਲ ਸਾਡੇ ਅੰਦਰੋਂ ਉੱਠਦਾ ਹੈ ਕਿ ਇਹ ਉਹੀ ਉਰਵਸ਼ੀ ਹੈ ਜਿਹੜੀ ਅਸੀਂ ਥੋੜ੍ਹੇ ਦਿਨ ਪਹਿਲੇ ਤੱਕੀ ਸੀ। ਬੇਸ਼ੱਕ ਇਹ ਬਹੁਤ ਸਾਰੀ ਬਦਲੀ ਹੋਈ ਹੈ, ਉਸ ਪੌਦੇ ਵਾਂਗ ਜਿਹੜਾ ਬੇਰ ਉੱਤਾ ਇੱਕ ਥਾਂ ਤੋਂ ਪੁੱਟ ਕੇ ਦੂਜੇ ਥਾਂ ਲਾ ਦਿੱਤਾ ਗਿਆ ਹੋਵੇ। ਮਦਨ ਦੀਆਂ ਉਸ ਰਾਤ ਵਾਲੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਪ੍ਰਕਾਸ਼ ਡਰਿਆ ਵੀ, ਸ਼ਰਮਿੰਦਾ ਵੀ ਹੋਇਆ, ਹੈਰਾਨ ਵੀ। ਉਹਨੇ ਮਦਨ ਪਾਸ ਤੌਬਾ ਵੀ ਕੀਤੀ, ਪਰ ਇਹਦਾ ਅਸਰ ਓਨਾ ਚਿਰ ਹੀ ਰਿਹਾ ਜਦ ਤੱਕ ਮਦਨ ਗੱਡੀ ਨਹੀਂ ਚੜ੍ਹ ਗਿਆ। ਇਹ ਤੋਂ ਬਾਅਦ ਕਿੱਧਰ ਗਏ ਕੌਲ ਤੇ ਕਿੱਧਰ ਗਏ ਇਕਰਾਰ। ਪ੍ਰਕਾਸ਼ ਜੋ ਕੁਝ ਪਹਿਲਾਂ ਸੀ ਸੋਈ ਕੁਝ ਫੇਰ। ਉਹਦਾ ਇਰਾਦਾ ਹੋਇਆ ਕਿ ਜਿੰਨੀ ਵੀ ਜਲਦੀ ਹੋ ਸਕੇ ਉਰਵਸ਼ੀ ਨੂੰ ਮਸੂਰ ਲੈ ਜਾ ਕੇ ਕੰਢ ਚਿਤਰਾਵੇ ਦੀ ਰਸਮ ਅਦਾ ਕੀਤੀ ਜਾਵੇ। ਸੋ ਦੂਜੇ ਦਿਨ ਸਵੇਰੇ ਹੁੰਦਿਆਂ ਹੀ ਉਹਨੇ ਜੱਗੇ ਨੂੰ ਸੱਦ ਕੇ ਸਮਝਾਇਆ ਕਿ ਜੇ ਮੁਮਕਿਨ ਹੋ ਸਕਿਆ ਤਾਂ ਅੱਜ ਹੀ ਉਰਵਸ਼ੀ ਸਣੇ ਮਸੂਰੀ ਚਲਾ ਜਾਏਗਾ ਤੇ ਉੱਥੋਂ ਚੁੱਪ ਚੁਪੀਤੇ ਵਿਆਹ ਦੀ ਰਸਮ ਪੂਰੀ ਕਰਕੇ 2-4 ਦਿਨਾਂ ਤੱਕ ਮੁੜ ਆਏਗਾ। ਪ੍ਰਗਟ ਤੌਰ ਤੇ ਜੱਗਾ ਉਹਦੀ ਹਾਂ ਵਿੱਚ ਹੀ ਹਾਂ ਮਿਲਾਈ ਗਿਆ, ਪਰ ਦਿਲੋਂ ਕੁਝ ਹੋਰ ਹੀ ਸੋਚਦਾ ਰਿਹਾ। ਆਪਣੇ ਮਸੂਰੀ ਦੇ ਸਫ਼ਰ ਤੇ ਪਿਛਲੇ ਪ੍ਰਬੰਧ ਬਾਬਤ ਪ੍ਰਕਾਸ਼ ਨੇ ਉਹਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। ਜੱਗੇ ਨੇ ਪ੍ਰਭਾ ਦੇਵੀ ਦੇ ਘਰ ਜਾ ਕੇ ਉਹਨੂੰ ਆਪਣੇ ਮਾਲਕ ਦਾ ਸੁਨੇਹਾ ਪਹੁੰਚਾਇਆ, ਪਰ ਨਾਲ ਹੀ ਉਰਵਸ਼ੀ ਨੂੰ ਵੀ ਵੱਖਰਿਆਂ ਕਰਕੇ ਬਹੁਤ ਕੁਝ ਦੱਸ ਆਇਆ। ਦੁਪਹਿਰੇ ਪ੍ਰਕਾਸ਼ ਪ੍ਰਭਾ ਦੇਵੀ ਪਾਸ ਪਹੁੰਚਿਆ ਤੇ ਉਹਨੂੰ ਕਹਿਣ ਲੱਗਾ, ਮੈਨੂੰ ਇੱਕ ਬੜਾ ਜ਼ਰੂਰੀ ਕੰਮ ਪੈ ਗਿਆ ਮਸੂਰੀ ਦਾ। ਮੇਰੀ ਸਲਾਹ ਹੈ ਜੇ ਤੁਸੀਂ ਦੋਵੇਂ ਮੇਰੇ ਨਾਲ ਚਲੀਆਂ ਚੱਲੋ ਤਾਂ ਚੰਗਾ ਹੋਵੇ। ਪ੍ਰਭਾ ਦੇਵੀ ਉਸ ਨਾਲੋਂ ਵੀ ਕਾਹਲੀ ਸੀ ਤੇ ਉਹਨੇ ਝੱਟ ਮੰਨ ਲਿਆ, ਭਾਵੇਂ ਉਹ ਜਾਣਦੀ ਸੀ ਕਿ ਇਸ ਜਲਦਬਾਜ਼ੀ ਦੇ ਕਾਰਨ ਉਰਵਸ਼ੀ ਦਾ ਇਮਤਿਹਾਨ ਵਿੱਚ ਹੀ ਰਹਿ ਜਾਏਗਾ। ਪਰ ਇੱਕ ਖਸਾਰੀ ਦੀ ਉਹਨੇ ਕੋਈ ਪਰਵਾਹ ਨਾ ਕੀਤੀ। ਉਰਵਸ਼ੀ ਦਾ ਇਮਤਿਹਾਨ, ਪੜ੍ਹਾਈ ਤੇ ਹੋਰ ਸਭ ਕੁਝ ਉਹਨੇ ਖਿਆਲ ਕੀਤਾ ਵਿੱਚ ਹੀ ਆ ਜਾਏਗਾ ਜੇ ਇੱਕ ਵਾਰੀ ਉਰਵਸ਼ੀ ਦੇ ਫੇਰੇ ਕਿਸੇ ਤਰ੍ਹਾਂ ਹੋ ਜਾਣ। ਤਿਆਰੀ ਝਟਪਟ ਮੁਕੰਮਲ ਹੋ ਗਈ। ਉਸੇ ਸ਼ਾਮ ਇਹ ਤਿੰਨੇ ਮਸੂਰੀ ਲਈ ਦੇਹਰਾਦੂਨ ਦੀ ਰੇਲ ਤੇ ਸਵਾਰ ਹੋਏ। ਮਸੂਰੀ ਪਹੁੰਚ ਕੇ ਪ੍ਰਕਾਸ਼ ਨੇ ਇਹਨਾਂ ਮਾਵਾਂ ਧੀਆਂ ਦਾ ਉਤਾਰਾ ਆਪਣੀ ਕੋਠੀ 'ਚ ਕਰਾ ਦਿੱਤਾ। ਪ੍ਰਭਾ ਦੇਵੀ ਦੀ ਆਗਿਆ ਨਾਲ ਉਰਵਸ਼ੀ ਨੂੰ ਸੈਰ ਕਰਾਉਣ ਲਈ ਉਹ ਇਸੇ ਪਾਸੇ ਲਿਆਇਆ। ਸੈਰ ਤਾਂ ਐਵੇਂ ਇੱਕ ਬਹਾਨਾ ਮਾਤਰ ਸੀ, ਅਸਲ 'ਚ ਉਹ ਵਿਆਹ ਤੋਂ ਪਹਿਲਾਂ ਇੱਕ ਵਾਰੀ ਦਿਲ ਖੋਲ੍ਹ ਕੇ ਉਰਵਸ਼ੀ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਸਫ਼ਰ ਦੇ ਵਿਚਾਲੇ ਕਦੀ ਕਦੀ ਉਰਵਸ਼ੀ ਦੇ ਰੰਗ ਢੰਗ 'ਚ ਉਹਨੂੰ ਕੁਝ ਇਸ ਤਰ੍ਹਾਂ ਦੀ ਝਲਕ ਦਿਖਾਈ ਦਿੰਦੀ ਰਹੀ ਜਿਵੇਂ ਉਸ ਨਾਲ ਦਿਲੀ ਪਿਆਰ ਦੀ ਥਾਂ ਪਿਆਰ ਦਾ ਨਾਟਕ ਖੇਡ ਰਹੀ ਹੈ। ਪ੍ਰਕਾਸ਼ ਨੇ ਉਰਵਸ਼ੀ ਦੀਆਂ ਝੁਕੀਆਂ ਅੱਖਾਂ ਵੱਲ ਤੱਕਿਆ। ਜਿਉਂ-ਜਿਉਂ ਉਹਨੂੰ ਨਾਪਣ ਤੋਲਣ ਲਈ ਉਹਦੇ ਦਿਲ 'ਚ ਝਾਤ ਪਾਉਣ ਦੀ ਕੋਸ਼ਿਸ਼ ਕਰਦਾ ਤੇ ਉਰਵਸ਼ੀ ਹੋਰ ਵੀ ਪਕਿਆਈ ਨਾਲ ਆਪਣੇ ਆਪ ਨੂੰ ਉਸ ਪਾਸੋਂ ਲੁਕਾਈ ਜਾ ਰਹੀ ਸੀ। ਜਿਸ ਤੇਜ਼ੀ ਨਾਲ ਉਹਨੇ ਉਰਵਸ਼ੀ ਨਾਲ ਮੇਲ ਜੋਲ ਵਧਾਇਆ ਸੀ, ਉਹਦਾ ਖਿਆਲ ਸੀ ਮਸੂਰੀ ਵਰਗੇ ਇਕਾਂਤ, ਬੇਖਾਤਰ ਤੇ ਆਜ਼ਾਦ ਵਾਤਾਵਰਨ 'ਚ ਪਹੁੰਚ ਕੇ ਉਰਵਸ਼ੀ ਦੇ ਦਿਲ ਉੱਤੇ ਪੂਰੀ ਤਰ੍ਹਾਂ ਅਧਿਕਾਰ ਜਮਾ ਲਏਗਾ। ਪਰ ਉਹਦੇ ਸਫ਼ਰ ਵਿੱਚ ਹੀ ਮਹਿਸੂਸ ਕਰ ਲਿਆ ਕਿ ਜਿਉਂ-ਜਿਉਂ ਮਸੂਰੀ ਨੇੜੇ ਆਈ ਜਾਂਦੀ ਹੈ, ਉਰਵਸ਼ੀ ਉਹ ਤੋਂ ਦੂਰ ਹੀ ਦੂਰ ਹੁੰਦੀ ਜਾ ਰਹੀ ਹੈ ਤੇ ਜਦੋਂ ਆਪਣੇ ਟਿਕਾਣੇ ਤੇ ਪਹੁੰਚੇ ਤੇ ਹੁਣ ਕੇਵਲ ਉਰਵਸ਼ੀ ਨਾਲ ਫੇਰੇ ਲੈਣੇ ਹੀ ਉਸ ਲਈ ਬਾਕੀ ਸਨ ਤਾਂ ਉਰਵਸ਼ੀ ਉੱਤੇ ਇੱਕ ਵਾਰਗੀ ਜਿਵੇਂ ਕੋਈ ਉਪਰਾਮਤਾ ਦੀ ਘਟਾ ਛਾ ਗਈ। ਕਈ ਵਾਰ ਉਰਵਸ਼ੀ ਨਾਲ ਗੱਲਕੱਥ ਛੇੜਨ ਦੀ ਉਸ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਹ ਕੰਨੀ ਕਤਰਾ ਜਾਂਦੀ ਰਹੀ। ਉੱਧਰ ਉਰਵਸ਼ੀ ਦਾ ਹਾਲ ਇਹ ਸੀ ਕਿ ਤੇ ਉੱਧਰ ਪ੍ਰਭਾ ਦੇਵੀ ਦੇ ਰੋਮ ਰੋਮ 'ਚ ਪ੍ਰਕਾਸ਼ ਲਈ ਸ਼ਲਾਘਾ ਦੇ ਭਾਵ ਭਰਦੇ ਜਾ ਰਹੇ ਸੀ। ਜਿਸ ਸ਼ਾਨਦਾਰ ਕੋਠੀ 'ਚ ਉਹਨਾਂ ਦਾ ਉਤਾਰਾ ਕਰਾਇਆ ਗਿਆ, ਜਿਸ ਸਰਗਰਮੀ ਨਾਲ ਦੋਵਾਂ ਮਾਵਾਂ ਧੀਆਂ ਦੀ ਸੇਵਾ ਟਹਿਲ, ਹਰ ਤਰ੍ਹਾਂ ਦਾ ਸਮਾਨ ਤੇ ਨੌਕਰਾਂ ਚਾਕਰਾਂ ਦਾ ਪ੍ਰਬੰਧ ਕੀਤਾ ਗਿਆ, ਇਹ ਵੇਖ ਕੇ ਪ੍ਰਭਾ ਦੇਵੀ ਦਾ ਤਨ ਮਨ
ਪ੍ਰਕਾਸ਼ ਤੋਂ ਕੁਰਬਾਨ ਹੋ ਉੱਠਿਆ। ਉਰਵਸ਼ੀ ਨੂੰ ਉਹ ਰਾਜ ਭੋਗਾਏਗੀ। ਉਹਦੀ ਇਹ ਚਰੋਕੀ ਖਾਬ ਅੱਜ ਠੋਸ ਰੂਪ 'ਚ ਉਹਨੂੰ ਦਿਖਾਈ ਦੇ ਰਹੀ ਸੀ। ਮਸੂਰੀ 'ਚ ਅਜੇ ਠੰਡ ਕਾਫੀ ਸੀ, ਸੀਜ਼ਨ ਹਾਲੇ ਸ਼ੁਰੂ ਨਹੀਂ ਸੀ ਹੋਇਆ, ਜਿਸ ਕਰਕੇ ਲੋਕਾਂ ਦੀ ਆਵਾਜਾਈ ਪਤਲੀ ਪਤਲੀ ਸੀ। ਫਿਰ ਵੀ ਇਸ ਪਹਾੜੀ ਦੀਆਂ ਵਾਦੀਆਂ 'ਚ ਕੋਈ ਖਿੱਚ ਜ਼ਰੂਰ ਸੀ। ਭਲਕੇ ਜਾਂ ਹੱਦ ਪਰਸੋਂ ਤੱਕ ਪ੍ਰਕਾਸ਼ ਨੇ ਉਰਵਸ਼ੀ ਨਾਲ ਵਿਆਹ ਸੰਸਕਾਰ ਦੀ ਰਸਮ ਅਦਾ ਕਰਨੀ ਹੈ, ਜਿਹਦਾ ਪ੍ਰਬੰਧ ਉਹਨੇ ਆਉਂਦਿਆਂ ਹੀ ਇੱਥੋਂ ਦੇ ਮੰਦਰ 'ਚ ਕਰਵਾ ਲਿਆ। ਜਿਸ ਕਰਕੇ ਹੋਰ ਗੱਲਾਂ ਦੇ ਨਾਲ ਹੀ ਉਸ ਲਈ ਇਹ ਵੀ ਜ਼ਰੂਰੀ ਹੈ ਕਿ ਵਿਆਹ ਤੋਂ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਉਰਵਸ਼ੀ ਦੇ ਦਿਲ ਦੀ ਤਾਰ ਹਿਲਾ ਕੇ ਇੱਕ ਵਾਰੀ ਉਹਦੇ ਹਰ ਇੱਕ ਸੁਰ ਤਾਲ ਨੂੰ ਪਰਖ ਲਵੇ। ਕਿਉਂ ਤੂੰ ਇਸ ਤਰ੍ਹਾਂ ਗੁਆਚੀ ਲੱਗਦੀ ਹੈ ਉਰਵਸ਼ੀ? ਇਸ ਪ੍ਰਸ਼ਨ ਨੂੰ ਸੁਣ ਕੇ ਉਰਵਸ਼ੀ ਸੰਭਲ ਗਈ। ਸੱਚਮੁੱਚ ਹੀ ਅੱਜ ਗੁਆਚੀ ਹੈ। ਇਹ ਸਮਝਦੀ ਹੋਈ ਕਿ ਪ੍ਰਕਾਸ਼ ਦੇ ਸਾਹਮਣੇ ਉਹਨੂੰ ਆਪਣਾ ਗੁਆਚੀ ਹੋਣਾ ਪ੍ਰਗਟ ਨਹੀਂ ਹੋਣ ਦੇਣਾ ਚਾਹੀਦਾ। ਪ੍ਰਕਾਸ਼ ਨੇ ਕੁਦਰਤ ਦੀ ਪ੍ਰਸ਼ੰਸਾ 'ਚ ਜਿਹੜੇ ਇੱਕ ਦੋ ਵਾਕ ਕਹੇ, ਜਿਨ੍ਹਾਂ ਦੇ ਉੱਤਰ ਉਰਵਸ਼ੀ ਨੇ ਕੁਝ ਵਿੰਗੇ ਟੇਢੇ ਦਿੱਤੇ। ਇਸ ਨਾਲ ਪ੍ਰਕਾਸ਼ ਕੁਝ ਖਿਝ ਗਿਆ। ਉਰਵਸ਼ੀ, ਤੈਨੂੰ ਪਤਾ ਅਸੀਂ ਮਸੂਰੀ ਕਿਉਂ ਆਏ ਹਾਂ? ਪਤਾ ਹੈ, ਅਸੀਂ ਵਿਆਹ ਕਰਾਉਣ ਆਏ ਹਾਂ। ਉਰਵਸ਼ੀ ਨੇ ਆਪਣੇ ਸੁਰ ਤਾਲ ਨੂੰ ਲੁਕਾਉਣ ਦੀ ਯਤਨ ਕਰਦਿਆਂ ਕਿਹਾ। ਪਰ ਤੂੰ ਖੁਸ਼ ਨਹੀਂ ਜਾਪਦੀ। ਕਿ ਮੈਂ ਇਹਦਾ ਸਬੱਬ ਪੁੱਛ ਸਕਦਾ? ਮੈਂ ਖੁਸ਼ ਹਾਂ। ਸਿਰਫ ਜ਼ਬਾਨੀ ਕਹਿਣ ਨਾਲ ਹੀ ਤਾਂ ਨਹੀਂ ਗੱਲ ਮੰਨੀ ਜਾ ਸਕਦੀ। ਹੋਰ ਕਿਸ ਤਰ੍ਹਾਂ? ਖੁਸ਼ੀ ਆਦਮੀ ਦੀਆਂ ਹਰਕਤਾਂ ਤੋਂ, ਤੱਕਣੀ ਤੋਂ, ਇੱਥੋਂ ਤੱਕ ਕਿ ਚੱਲਦੇ ਸਵਾਸਾਂ ਤੋਂ, ਧੜਕਦੇ ਦਿਲ ਤੋਂ ਵੀ ਜਾਣੀ ਜਾ ਸਕਦੀ ਹੈ। ਤੇ ਉਰਵਸ਼ੀ, ਪਰ ਮੈਂ ਵੇਖਦਾ ਇਹਨਾਂ ਵਿੱਚੋਂ ਤੇਰੀ ਕਿਸੇ ਚੀਜ਼ 'ਚ ਵੀ ਖੁਸ਼ੀ ਦਾ ਰੰਗ ਨਹੀਂ। ਉਰਵਸ਼ੀ ਸ਼ਾਇਦ ਜਵਾਬ ਨਹੀਂ ਔੜਿਆ। ਇੱਕ ਅੱਧ ਮਿੰਟ ਉਹਨੇ ਖਾਮੋਸ਼ੀ ਵਿੱਚ ਹੀ ਗੁਆਚ ਦਿੱਤਾ। ਆਪਣੀ ਇਸ ਚੁੱਪ ਉੱਤੇ ਉਹ ਆਪ ਹੀ ਕ੍ਰੋਧਵਾਨ ਹੁੰਦੀ ਜਾ ਰਹੀ ਸੀ, ਜਿਵੇਂ ਸੱਚਾਈ ਤੇ ਅਸਲੀਅਤ ਦੀ ਪ੍ਰਗਟਤਾ ਆਪ ਮੁਹਾਰੇ ਉਹਦੀ ਜ਼ੁਬਾਨ ਅੱਗੇ ਆਈ ਜਾ ਰਹੀ ਹੋਵੇ, ਜਿਹਨੂੰ ਉਹ ਨਹੀਂ ਸੀ ਆਉਣ ਦੇਣਾ ਚਾਹੁੰਦੀ। ਛੇਕੜੋਂ ਖੁੱਲ੍ਹ ਕੇ ਬੋਲੀ, ਮੈਂ ਤੁਹਾਨੂੰ ਧੋਖੇ 'ਚ ਨਹੀਂ ਰੱਖਣਾ ਚਾਹੁੰਦੀ ਪ੍ਰਕਾਸ਼ ਜੀ। ਅਸਲ 'ਚ ਮੈਂ ਅਜੇ ਤੀਕ ਵਿਆਹ ਕਰਾਉਣ ਦਾ ਇਰਾਦਾ ਹੀ ਨਹੀਂ ਬਣਾ ਸਕੀ। ਇਹ ਜੋ ਕੁਝ ਕਰ ਰਹੀ ਹਾਂ ਮਾਤਾ ਜੀ ਦੇ ਮਜਬੂਰ ਕਰਨ 'ਤੇ। ਇਰਾਦਾ ਨਾ ਬਣਾ ਸਕਣ ਦੀ ਵਜ੍ਹਾ ਮੈਂ ਪੁੱਛ ਸਕਦਾ? ਮੈਂ ਅਜੇ ਪੜ੍ਹਾਈ ਕਰਨਾ ਚਾਹੁੰਦੀ ਹਾਂ। ਕਿ ਵਿਆਹ ਤੋਂ ਬਾਅਦ ਪੜ੍ਹਾਈ ਨਹੀਂ ਹੋ ਸਕਦੀ? ਸ਼ਾਇਦ ਨਾ ਹੋ ਸਕੇ। ਤੇ ਜੇ ਮੈਂ ਇਕਰਾਰ ਕਰਾਂ ਕਿ ਤੂੰ ਵਿਆਹ ਤੋਂ ਬਾਅਦ ਜਿੰਨਾ ਚਾਹੇ ਪੜ੍ਹ ਸਕਦੀ ਹੈ, ਫਿਰ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਇਹ ਇਸ ਤਰ੍ਹਾਂ ਰੁਕ ਕੇ ਕਹਿਣ ਦਾ ਮਤਲਬ ਤਾਂ ਮੇਰੀ ਸਮਝ 'ਚ ਨਹੀਂ ਆ ਰਿਹਾ। ਹਵਾ ਦਾ ਇੱਕ ਝੋਂਕਾ ਆਇਆ। ਉਰਵਸ਼ੀ ਦੇ ਸਿਰ ਤੋਂ ਦੁਪੱਟਾ ਉੱਡ ਗਿਆ। ਉਹਨੇ ਗਰਦਨ ਤੋਂ ਚੁੱਕ ਕੇ ਪੱਲਾ ਸਿਰ 'ਤੇ ਲਿਆ। ਫਿਰ ਹਵਾ ਨੇ ਉਹੀ ਕੁਝ ਕੀਤਾ। 2-3 ਵਾਰ ਉਹ ਨਾਲ ਮੁੜ ਸਿਰ ਕੱਜਣ ਦੀ ਕੋਸ਼ਿਸ਼ ਕੀਤੀ। ਪ੍ਰਕਾਸ਼ ਦੇ ਉੱਤਰ ਵਿੱਚ ਉਰਵਸ਼ੀ ਨੂੰ ਜਦ ਕੁਝ ਕਹਿੰਦਿਆਂ ਨਾ ਬਣਿਆ ਤਾਂ ਉਹਨੇ ਝੱਟ ਕੁ ਦੁਪੱਟੇ ਦੀ ਉਲਝਣ 'ਚ ਲਾ ਦਿੱਤਾ। ਉਹਦਾ ਖਿਆਲ ਸੀ ਕਿ ਚਿਰ ਤੱਕ ਪ੍ਰਕਾਸ਼ ਨੂੰ ਆਪਣਾ ਕੀਤਾ ਸਵਾਲ ਭੁੱਲ ਜਾਏਗਾ, ਪਰ ਉਹਨੂੰ ਭੁੱਲਿਆ ਨਹੀਂ। ਉਹਨੇ ਜਦ ਫਿਰ ਉਹ ਦੁਹਰਾਇਆ ਤਾਂ ਉਰਵਸ਼ੀ ਕੁਝ ਕਹਿਣ ਲਈ ਉਸ ਵੱਲ ਤੱਕੀ। ਝੱਟ ਹੀ ਪ੍ਰਕਾਸ਼ ਦੇ ਚਿਹਰੇ ਤੋਂ ਉੱਠ ਕੇ ਉਹਦੀਆਂ ਅੱਖਾਂ ਆਕਾਸ਼ 'ਚ ਇਸ ਤਰ੍ਹਾਂ ਗੱਡੀਆਂ ਗਈਆਂ, ਜਿਵੇਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਰੁਲਕ ਰਹੇ ਬੱਦਲਾਂ ਉੱਤੇ ਲਿਖਿਆ ਹੋਇਆ। ਉਰਵਸ਼ੀ ਦਾ ਠੰਡਾ ਵਰਤਾਓ ਵੇਖ ਕੇ ਪ੍ਰਕਾਸ਼ ਦੇ ਅੰਦਰ ਤਲਖੀ ਪੈਦਾ ਹੋਣ ਲੱਗੀ। ਉਰਵਸ਼ੀ ਦੇ ਪਿਛਲੇ ਦਿਨਾਂ ਦੇ ਵਰਤਾਓ ਨਾਲ ਇਹਦਾ ਟਾਕਰਾ ਕਰਦਾ ਹੋਇਆ ਸੋਚ ਰਿਹਾ ਸੀ, ਤਾਂ ਕਿ ਮੈਂ ਹੁਣ ਤੱਕ ਧੋਖੇ 'ਚ ਹੀ ਰਿਹਾ। ਉਹ ਬੋਲਿਆ, ਤੂੰ ਕਿੰਨੀ ਕਠੋਰ ਹੋ ਗਈ ਹੈ ਉਰਵਸ਼ੀ। ਉਰਵਸ਼ੀ ਨੇ ਇੱਕ ਵਾਰੀ ਫਿਰ ਆਪਣੇ ਆਪ ਨੂੰ ਪੜਚੋਲਿਆ ਤੇ ਉਹਨੂੰ ਜਿਉਂ ਹੀ ਮਾਂ ਦਾ ਖਿਆਲ ਆਇਆ, ਇੱਕਦਮ ਚੇਤੰਨ ਹੋ ਕੇ ਬੋਲੀ, ਤੁਹਾਨੂੰ ਵਹਿਮ ਹੈ ਪ੍ਰਕਾਸ਼ ਜੀ। ਐਵੇਂ ਕਦੀ ਕਦੀ ਮੇਰੀ ਤਬੀਅਤ ਉਦਾਸ ਹੋ ਜਾਂਦੀ ਹੈ। ਹੋਰ ਇਹਦਾ ਕੋਈ ਸਬੱਬ ਨਹੀਂ, ਪਰ ਇਸ ਉਦਾਸੀ ਦਾ ਕੋਈ ਖਾਸ ਵਜ੍ਹਾ ਹੈ। ਕੋਇਟੇ ਦੇ ਭੁਚਾਲ 'ਚ ਮਾਰੇ ਗਏ ਭੈਣਾਂ ਭਰਾਵਾਂ, ਪਿਤਾ ਜੀ ਦੀ ਯਾਦ ਕਦੀ ਮੈਨੂੰ ਸਖਤ ਦੁਖੀ ਕਰ ਦਿੰਦੀ ਹੈ। ਉਰਵਸ਼ੀ ਦੀ ਇਹ ਗੱਲ ਸੁਣ ਕੇ ਪ੍ਰਕਾਸ਼ ਦੇ ਦਿਲ ਨੂੰ ਕੁਝ ਨਾ ਕੁਝ ਧੀਰਜ ਹੋਇਆ। ਨਾਲ ਹੀ ਇੱਕ ਹੋਰ ਗੱਲ ਪੁੱਛਣ ਦਾ ਵੀ ਉਸ ਲਈ ਮੌਕਾ ਪੈਦਾ ਹੋ ਗਿਆ। ਕੱਲ੍ਹ ਇੱਥੇ ਉਹਨੇ ਆਪਣੇ ਇੱਕ ਦੋਸਤ ਡਾਕਟਰ ਵਰਮਾ ਨਾਲ ਉਰਵਸ਼ੀ ਦੇ ਖਾਨਦਾਨ ਦੀ ਤਬਾਹੀ ਬਾਰੇ ਜ਼ਿਕਰ ਕੀਤਾ ਸੀ। ਡਾਕਟਰ ਵਰਮਾ ਮੁੱਢ ਕਦੀਮ ਤੋਂ ਕੋਇਟੇ ਦੇ ਰਹਿਣ ਵਾਲੇ ਸੀ ਤੇ ਭੁਚਾਲ 'ਚ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਅੱਜ ਕੱਲ੍ਹ ਉਹ ਮਸੂਰੀ 'ਚ ਪ੍ਰੈਕਟਿਸ ਕਰ ਰਹੇ ਸੀ। ਕੱਲ੍ਹ ਜਦ ਪ੍ਰਕਾਸ਼ ਦੇ ਮੂੰਹੋਂ ਡਾਕਟਰ ਨੇ ਲਾਲਾ ਗੋਕਲ ਚੰਦ ਦਾ ਨਾਂ ਸੁਣਿਆ ਤਾਂ ਕਾਫੀ ਚਿਰ ਸੋਚਦੇ ਰਹਿਣ 'ਤੇ ਵੀ ਉਹਨੂੰ ਇਸ ਨਾਂ ਦੇ ਕਿਸੇ ਕਰੋੜਪਤੀ ਸ਼ਾਹੂਕਾਰ ਦਾ ਚੇਤਾ ਨਾ ਆ ਸਕਿਆ। ਉਹਨੇ ਪ੍ਰਕਾਸ਼ ਨੂੰ ਚਾਹ ਦੀ ਦਾਵਤ ਦਿੱਤੀ ਤੇ ਨਾਲ ਹੀ ਮਿਸਿਜ਼ ਵਰਮਾ ਨੇ ਚੇਤਾਵਨੀ ਕੀਤੀ ਕਿ ਉਰਵਸ਼ੀ ਨੂੰ ਵੀ ਨਾਲ ਲਿਆਵੇ। ਉਰਵਸ਼ੀ ਦੀ ਗੱਲ ਸੁਣ ਕੇ ਪ੍ਰਕਾਸ਼ ਬੋਲਿਆ, ਬੇਸ਼ੱਕ ਇਹ ਬਹੁਤ ਵੱਡਾ ਸਦਮਾ ਸੀ ਉਰਵਸ਼ੀ, ਪਰ ਹੋਣੀ ਨਾਲ ਕੀ ਚਾਰਾ ਹੈ। ਹੁਣ ਤਾਂ ਮੈਂ ਇਹੋ ਕਹਾਂਗਾ ਕਿ ਇਸ ਖੁਸ਼ੀ ਦੇ ਮੌਕੇ ਇਹੋ ਜਿਹੇ ਸਦਮਿਆਂ ਤੋਂ ਜਿੰਨਾ ਵੀ ਦਿਲ ਨੂੰ ਦੂਰ ਰੱਖਿਆ ਜਾਏ ਚੰਗਾ ਹੈ। ਤੁਸੀਂ ਸੱਚ ਕਹਿੰਦੇ ਹੋ, ਉਰਵਸ਼ੀ ਬੋਲੀ, ਪਰ ਇਹ ਆਪਣੇ ਵੱਸ ਦੀ ਗੱਲ ਨਹੀਂ ਹੁੰਦੀ। ਜਿਹਦੇ ਦਿਲ ਨੂੰ ਚੋਟ ਲੱਗਦੀ ਹੈ, ਪੀੜ ਉਸੇ ਨੂੰ ਹੁੰਦੀ ਹੈ। ਬੇਸ਼ੱਕ ਇਹੋ ਗੱਲ ਹੈ ਉਰਵਸ਼ੀ। ਸੱਚ ਤੇਰੇ ਪਿਤਾ ਜੀ ਦਾ ਨਾਂ ਲਾਲਾ ਗੋਕਲ ਚੰਦ ਸੀ ਨਾ? ਤੇਰੀ ਮਾਤਾ ਜੀ ਨੇ ਦੱਸਿਆ ਸੀ। ਹਾਂਜੀ, ਮੇਰਾ ਖਿਆਲ ਸੀ ਸ਼ਾਇਦ ਮੈਂ ਡਾਕਟਰ ਵਰਮਾ ਨੂੰ ਗਲਤ ਨਾਂ ਦੱਸਿਆ। ਕਿਹੜਾ ਡਾਕਟਰ ਵਰਮਾ? ਉਰਵਸ਼ੀ ਨੇ ਗੰਭੀਰਤਾ ਨੂੰ ਤੋੜਦਿਆਂ ਉਸ ਵੱਲ ਤੱਕਿਆ। ਮੇਰਾ ਇੱਕ ਦੋਸਤ ਘਰ ਇਹਨਾਂ ਦਾ ਲਾਇਲਪੁਰ ਹੈ, ਪਰ ਕਦੀ ਉਹਨਾਂ ਦਾ ਕਾਰੋਬਾਰ ਕੋਇਟੇ 'ਚ ਸੀ। ਤੁਹਾਡੇ ਵਾਂਗ ਉਹਨਾਂ ਦਾ ਵੀ ਭੁਚਾਲ ਨੇ ਬੜਾ ਨੁਕਸਾਨ ਕੀਤਾ।
ਸੀਜ਼ਨ ਦੇ ਮੌਕੇ 'ਤੇ ਉਹ ਆਪਣੀ ਦੁਕਾਨ ਇੱਥੇ ਲੈ ਆਇਆ ਕਰਦਾ, ਹੁਣ ਵੀ ਆਇਆ ਹੋਇਆ। ਇਹਦੀ ਵਾਈਫ ਵੀ ਨਾਲ ਹੈ। ਕੱਲ੍ਹ ਅਚਾਨਕ ਹੀ ਬਾਜ਼ਾਰ 'ਚ ਦੋਵੇਂ ਮਿਲ ਪਏ। ਮੈਂ ਡਾਕਟਰ ਨੂੰ ਜਦ ਦੱਸਿਆ ਕਿ ਕੋਇਟੇ ਦੀ ਇੱਕ ਲੜਕੀ ਨਾਲ ਮੇਰੀ ਸ਼ਾਦੀ ਹੋਣ ਵਾਲੀ ਹੈ ਤਾਂ ਉਹਦੀ ਵਾਈਫ ਨੇ ਤੈਨੂੰ ਮਿਲਣ ਦੀ ਬੜੀ ਖਾਹਿਸ਼ ਜ਼ਾਹਰ ਕੀਤੀ। ਮੈਨੂੰ ਮਾਫ਼ ਕਰੀ ਉਰਵਸ਼ੀ, ਤੇਰੀ ਇਜਾਜ਼ਤ ਲਏ ਬਗੈਰ ਮੈਂ ਆਪਣੇ ਤੇ ਤੇਰੇ ਵੱਲੋਂ ਡਾਕਟਰ ਦੀ ਚਾਹ ਦੀ ਦਾਵਤ ਮੰਨ ਲਈ। ਮੇਰੀ ਸਲਾਹ ਹੈ ਹੁਣ ਸਾਨੂੰ ਚੱਲਣਾ ਚਾਹੀਦਾ। 6:30 ਵੱਜ ਗਏ ਨੇ, ਅਸੀਂ ਅੱਧੇ ਘੰਟੇ ਤੱਕ ਪਹੁੰਚਾਂਗੇ। ਉਰਵਸ਼ੀ ਆਪਣੀ ਘਬਰਾਹਟ ਨੂੰ ਲੁਕਾ ਨਹੀਂ ਸਕੀ। ਇਹ ਚਾਹ ਦੀ ਦਾਵਤ ਜਿਵੇਂ ਉਸ ਲਈ ਕਿਸੇ ਨਵੇਂ ਖਤਰੇ ਦੀ ਘੰਟੀ ਸੀ। ਉਹ ਬੋਲੀ, ਪਰ ਮੈਨੂੰ ਤਾਂ ਮਾਤਾ ਜੀ ਨੇ ਕਿਹਾ ਸੀ 7 ਵਜੇ ਤੋਂ ਪਹਿਲਾਂ ਜ਼ਰੂਰ ਵਾਪਸ ਮੁੜ ਆਈ। ਕੋਈ ਗੱਲ ਨਹੀਂ, ਅਸੀਂ ਬਹੁਤ ਦੇਰ ਉੱਥੇ ਨਹੀਂ ਠਹਿਰਦੇ। ਉਰਵਸ਼ੀ ਹੋਰ ਘਬਰਾਈ। ਕਿਹੜੇ ਤਰੀਕੇ ਨਾਲ ਇਸ ਨਵੀਂ ਔਕੜ ਤੋਂ ਛੁਟਕਾਰਾ ਪਾਇਆ ਜਾਵੇ, ਉਹ ਜੇ ਸੋਚ ਹੀ ਰਹੀ ਸੀ। ਪ੍ਰਕਾਸ਼ ਬੋਲਿਆ, ਉਂਝ ਤੇ ਭਾਵੇਂ ਨਾ ਹੀ ਜਾਂਦੇ, ਪਰ ਮੈਂ ਉਹਦਾ ਇੱਕ ਭੁਲੇਖਾ ਦੂਰ ਕਰਨਾ ਚਾਹੁੰਦਾ ਜਿਹਦਾ ਇਕਰਾਰ ਉਸ ਨਾਲ ਕਰ ਚੁੱਕਿਆ। ਕਿ ਉਹ ਕਹਿੰਦਾ ਸੀ ਲਾਲਾ ਗੋਕਲ ਚੰਦ ਨਾਂ ਦਾ ਕੋਈ ਸ਼ਾਹੂਕਾਰ ਕੋਟੇ 'ਚ ਨਹੀਂ ਸੀ। ਮੈਂ ਉਹਨੂੰ ਬਥੇਰਾ ਸਮਝਾਇਆ, ਪਰ ਉਹ ਕਹਿਣ ਲੱਗਾ ਕਿ ਕੋਟੇ 'ਚ ਰੇਸ਼ਮੀ ਮਾਲ ਤੇ ਕਾਲੀਨਾ ਮੁਸੱਦੀਆਂ ਦਾ ਛੋਟੇ ਤੋਂ ਛੋਟਾ ਵਪਾਰੀ ਵੀ ਉਹਦਾ ਵਾਕਫ ਸੀ। ਪਰ ਏਡਾ ਵੱਡਾ ਆਦਮੀ ਜਿਹਦੇ ਵਪਾਰ ਦੀਆਂ ਬ੍ਰਾਂਚਾਂ ਸਾਰੇ ਬਲੋਚਿਸਤਾਨ 'ਚ ਹੋਣ, ਕੀਕਣੋਂ ਤੋਂ ਗੁੱਝਾ ਰਹਿ ਸਕਦਾ। ਸਭ ਤੋਂ ਵੱਡੀ ਗੱਲ ਇਹ ਕਿ ਡਾਕਟਰ ਵਰਮਾ ਦਾ ਚਾਚਾ ਕੋਇਟੇ 'ਚ ਖੁਦ ਇਹੋ ਬਿਜ਼ਨਸ ਕਰਦਾ ਸੀ। ਉਹ ਵਿਚਾਰਾ ਵੀ ਭੁਚਾਲ 'ਚ ਦੱਬਿਆ ਗਿਆ, ਆਪਣੇ ਸਾਰੇ ਟੱਬਰ ਸਮੇਤ। ਆਖਰ ਸਾਡੀ ਬਹਿਸ ਇੱਥੇ ਆ ਕੇ ਖਤਮ ਹੋਈ ਕਿ ਭਲਕੇ ਖੁਦ ਉਰਵਸ਼ੀ ਆ ਕੇ ਇਸ ਗੱਲ ਨੂੰ ਸਾਬਤ ਕਰੇਗੀ। ਉਰਵਸ਼ੀ ਦੀ ਘਬਰਾਹਟ ਹੁਣ ਸਪਸ਼ਟ ਹੁੰਦੀ ਜਾ ਰਹੀ ਸੀ। ਵੇਖਦਿਆਂ ਵੇਖਦਿਆਂ ਉਹਦੇ ਚਿਹਰੇ ਦਾ ਰੰਗ ਪੀਲਾ ਪੈਣ ਲੱਗਾ। ਉਹਦੀਆਂ ਅੱਖਾਂ ਅੱਗੇ ਜਿਵੇਂ ਕਿਸੇ ਨੇ ਕਾਲੇ ਧਾਗਿਆਂ ਦਾ ਜਾਲ ਬੁਣ ਦਿੱਤਾ। ਉਰਵਸ਼ੀ, ਉਹਦੀ ਹਾਲਤ ਨੂੰ ਭਾਂਪ ਕੇ ਪ੍ਰਕਾਸ਼ ਬੋਲਿਆ, ਕੀ ਗੱਲ ਏ, ਤੇਰਾ ਰੰਗ ਕਿਉਂ ਇਸ ਤਰ੍ਹਾਂ ਹੋਈ ਜਾਂਦਾ? ਕੁਝ ਨਹੀਂ ਕਹਿ ਕੇ ਉਰਵਸ਼ੀ ਉੱਠ ਖੜੋਤੀ, ਪਰ ਉੱਠ ਕੇ ਫਿਰ ਬੈਠ ਗਈ। ਪ੍ਰਕਾਸ਼ ਨੂੰ ਉਰਵਸ਼ੀ ਦਾ ਇਹ ਕੁਝ ਨਹੀਂ ਐਂ ਸੁਣਾਈ ਦਿੱਤਾ ਜਿਵੇਂ ਇਹ 4 ਅੱਖਰ ਗਲਾ ਵਿੰਨ ਕੇ ਉਹਦੇ ਮੂੰਹ ਨਿਕਲੇ ਹੋਣ। ਪ੍ਰਕਾਸ਼ ਨੇ ਉਹਦੀ ਬਾਂਹ ਫੜ ਕੇ ਹਿਲਾਉਂਦਿਆਂ ਪੁਕਾਰਿਆ, ਉਰਵਸ਼ੀ, ਗੱਲ ਕੀ ਹੈ? ਤੇਰੀ ਤਬੀਅਤ ਤਾਂ ਠੀਕ ਹੈ? ਉਰਵਸ਼ੀ ਠੀਕ ਹੈ ਕਹਿਣਾ ਚਾਹੀ, ਪਰ ਕੋਸ਼ਿਸ਼ ਕਰਨ ਤੇ ਵੀ ਗਲੇ ਨੇ ਉਹਦਾ ਕਹਿਣਾ ਨਹੀਂ ਮੰਨਿਆ। ਉਹ ਕੇਵਲ 1-2 ਖੰਗੂਰੇ ਭਰ ਕੇ ਰਹਿ ਗਈ। ਪ੍ਰਕਾਸ਼ ਘਬਰਾ ਕੇ ਉੱਠ ਖੜੋਤਾ। ਉਹਨੂੰ ਫਿਕਰ ਪੈ ਗਿਆ ਮਤੇ ਉਰਵਸ਼ੀ ਨੂੰ ਫਿੱਟ ਆ ਜਾਏ। ਘੜੀ ਮੁੜੀ ਉਹ ਪੁੱਛੀ ਜਾ ਰਿਹਾ ਸੀ, ਕਿਉਂ ਉਰਵਸ਼ੀ, ਇਸ ਤਰ੍ਹਾਂ ਦੀ ਹਾਲਤ ਤੇਰੀ ਪਹਿਲਾਂ ਵੀ ਕਦੀ ਹੋਈ ਸੀ? ਉਰਵਸ਼ੀ ਜ਼ਰਾ ਕੁ ਸੰਭਲੀ, ਫਿਕਰ ਵਾਲੀ ਕੋਈ ਗੱਲ ਨਹੀਂ, ਮੈਂ ਠੀਕ ਹਾਂ, ਚੱਲ ਹੁਣ ਚੱਲੀਏ। ਕਹਿ ਕੇ ਪ੍ਰਕਾਸ਼ ਨੇ ਉਰਵਸ਼ੀ ਨੂੰ ਵੀ ਉਠਾਉਣਾ ਚਾਹਿਆ, ਪਰ ਉਹ ਨਹੀਂ ਉੱਠੀ। ਸਗੋਂ ਪ੍ਰਕਾਸ਼ ਨੂੰ ਵੀ ਬੈਠਣ ਦਾ ਇਸ਼ਾਰਾ ਕਰਕੇ ਬੋਲੀ, ਪ੍ਰਕਾਸ਼ ਜੀ, ਤੁਹਾਡਾ ਡਾਕਟਰ ਠੀਕ ਹੀ ਕਹਿੰਦਾ। ਠੀਕ ਕਹਿੰਦਾ? ਪ੍ਰਕਾਸ਼ ਨੇ ਅੱਖਾਂ ਫੈਲਾ ਕੇ ਉਸ ਵੱਲ ਤੱਕਿਆ। ਹਾਂ, ਉਰਵਸ਼ੀ ਨੇ ਅੱਖਾਂ ਅੱਗੇ ਫਿਰ ਰਹੀ ਧੁੰਦ ਨੂੰ ਚੀਰਨ ਦੀ ਕੋਸ਼ਿਸ਼ ਕਰਦਿਆਂ ਕਿਹਾ। ਤਾਂ ਤੁਸੀਂ ਕੋਇਟੇ ਦੇ ਰਹਿਣ ਵਾਲੇ ਨਹੀਂ? ਨਹੀਂ, ਕੋਇਟੇ 'ਚ ਤੁਹਾਡੀ ਜਾਇਦਾਦ ਕੁਝ ਵੀ ਨਹੀਂ। ਫਿਰ ਇਹ ਸਭ ਝੂਠ ਹੈ? ਝੂਠ, ਹਾਂ। ਇਹਦੀ ਵਜ੍ਹਾ ਹੋਰ ਕੋਈ ਨਹੀਂ, ਮੇਰੀ ਮਾਂ ਦਾ ਪਾਗਲਪਣਾ। ਤਾਂ ਕਿ ਮੈਂ ਇਹ ਸਮਝਾਂਗੀ? ਗੱਲ ਟੋਕ ਕੇ ਉਰਵਸ਼ੀ ਬੋਲੀ, ਹਾਂ, ਤੁਸੀਂ ਇਹੋ ਸਮਝੋ ਕਿ ਸਾਡਾ ਕਿਸੇ ਵੱਡੇ ਖਾਨਦਾਨ ਨਾਲ ਤਾਲੁਕ ਨਹੀਂ। ਮੈਂ ਮਾਮੂਲੀ ਹੈਸੀਅਤ ਦੇ ਮਾਪਿਆਂ ਦੀ ਧੀ ਹਾਂ। ਉਰਵਸ਼ੀ, ਕੀ ਇਹ ਸੱਚ ਹੈ? ਸੱਚ, ਪਰ ਕੌੜਾ ਸੱਚ। ਉਰਵਸ਼ੀ ਇਸ ਵੇਲੇ ਜਿਸ ਹਾਲਤ ਵਿੱਚੋਂ ਲੰਘ ਰਹੀ ਸੀ, ਸਮਝ, ਚਤਰਾਈ ਜਾਂ ਪੋਚਾਪਾਚੀ ਦੀਆਂ ਸਾਰੀਆਂ ਹੱਦਾਂ ਉਹ ਤੋਂ ਪਿੱਛੇ ਰਹਿ ਗਈਆਂ। ਉਸ ਉੱਤੇ ਕੌੜੀ ਜਾਂ ਜ਼ਹਿਰੀਲੀ ਸੱਚਾਈ ਨੇ ਗਲਬਾ ਪਾਇਆ ਹੋਇਆ ਸੀ, ਜਿਹਦਾ ਬੀਜ ਮੁੱਦਤਾਂ ਤੋਂ ਉਹਦੇ ਦਿਲ ਦੀ ਧਰਤੀ 'ਚ ਕਿਤੇ ਦੱਬਿਆ ਪਿਆ ਸੀ, ਤੇ ਜਿਹੜਾ ਇੱਕ ਵਾਰਗੀ ਉੱਗ ਕੇ ਉਸ ਉੱਤੇ ਇਸ ਤਰ੍ਹਾਂ ਛਾ ਗਿਆ ਕਿ ਉਰਵਸ਼ੀ ਦਾ ਸਾਰਾ ਪਾਸਾ ਉਸ ਵਿੱਚ ਲੁਕ ਗਿਆ। ਫਿਰ ਜਿਹੜੀ ਇਹ ਸ਼ਬਦ ਬਣ ਕੇ ਪ੍ਰਕਾਸ਼ ਦੇ ਕੰਨਾਂ 'ਚ ਪਈ, ਮੇਰੇ ਤੇ ਪ੍ਰਕਾਸ਼ ਜੀ, ਜੇ ਤੁਸੀਂ ਖਾਨਦਾਨੀ ਵੱਡਿੱਤਨ ਦੀ ਆਸ ਰੱਖਦੇ ਹੋ ਤਾਂ ਮੇਰੇ ਤੋਂ ਅਲੱਗਾ ਹੋ ਜਾਓ, ਦੂਰ ਭੱਜ ਜਾਓ। ਮੇਰੇ ਪਰਛਾਵੇਂ ਨੂੰ ਵੀ ਨਾ ਛੂਹਣਾ। ਜਾਣਦੇ ਹੋ ਮੈਂ ਕਿਸ ਖਾਨਦਾਨ 'ਚੋਂ? ਮੈਂ ਇੱਕ ਕੰਜਰੀ ਦੀ ਸੰਤਾਨ ਹਾਂ। ਮੈਂ ਹੀ ਕਿਉਂ, ਮੇਰੀ ਮਾਂ ਵੀ। ਸੁਣਿਆ ਜੀ? ਇੰਨਾ ਹੋਰ ਸੁਣ ਲਓ ਕਿ ਮੇਰੀ ਮਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ, ਜਿਹੜਾ ਉਹਨੇ ਤੁਹਾਡੇ ਪਾਸ ਆਪਣੇ ਖਾਨਦਾਨੀ ਉੱਚਾਈ ਨੂੰ ਜ਼ਾਹਰ ਕੀਤਾ ਹੈ। ਇੱਕ ਹੋਰ ਗੱਲ ਵੀ ਦੱਸ ਦਿਆਂ, ਜੇ ਤੁਹਾਨੂੰ ਇਹ ਉਮੀਦ ਹੋਵੇ ਕਿ ਮੇਰੀ ਮਾਂ ਕੋਲ ਬੜੀ ਦੌਲਤ ਹੈ ਤਾਂ ਇਹਨੂੰ ਦਿਲੋਂ ਕੱਢ ਦਿਓ। ਮੇਰੀ ਮਾਂ ਨੇ ਪੇਸ਼ਾ ਕਮਾ ਕੇ ਥੋੜ੍ਹਾ ਸਰਮਾਇਆ ਜੋੜਿਆ ਸੀ, ਪਰ ਉਹ ਮੁੱਕਣ ਵਾਲਾ। ਮੇਰਾ ਖਿਆਲ ਹੈ ਮੇਰੀ ਮਾਂ ਨੇ ਤੁਹਾਨੂੰ ਬਹੁਤ ਸਾਰੇ ਗਹਿਣੇ ਵੀ ਵਿਖਾਏ ਹੋਣਗੇ, ਪਰ ਉਹ ਸਾਰੇ ਨਕਲੀ ਨੇ। ਇਹਦਾ ਸਬੂਤ ਦਿਆਂ? ਇਹ ਲਓ। ਕਹਿੰਦਿਆਂ ਉਰਵਸ਼ੀ ਨੇ ਕੰਨਾਂ 'ਚੋਂ ਦੋਵੇਂ ਜੜਾਊ ਟੌਪਸ ਤੇ ਗਲੇ 'ਚੋਂ ਲੌਕਟ ਉਤਾਰ ਕੇ ਦੋਵੇਂ ਚੀਜ਼ਾਂ ਉਹਦੇ ਅੱਗੇ ਸੁੱਟ ਦਿੱਤੀਆਂ। ਪ੍ਰਕਾਸ਼ ਨੇ ਉਹਨੂੰ ਚੁੱਕ ਕੇ ਹੱਥ ਤੇ ਜਾਚਿਆ। ਸੱਚਮੁੱਚ ਪਿੱਤਲ ਉੱਤੇ ਸੋਨੇ ਦੀ ਝਾਲ ਤੇ ਝੂਠੇ ਨਗਾਂ ਦੀ ਜੜਤ ਜੜੀ ਹੋਈ ਸੀ। ਪ੍ਰਕਾਸ਼ ਨੂੰ ਇਹਦੀ ਕਾਫੀ ਪਰਖ ਸੀ। ਉਰਵਸ਼ੀ ਨਾ ਡਰੀ ਨਾ ਸ਼ਰਮਾਈ, ਪੂਰੀ ਨਿਰਭੈਤਾ ਨਾਲ ਉਸ ਵੱਲ ਤੱਕਦੀ ਬੋਲੀ, ਬੋਲੋ, ਕੀ ਕਹਿੰਦੇ ਹੋ? ਇੱਕ ਕੰਜਰੀ ਦੀ ਧੀ ਤੇ ਕੰਜਰੀ ਦੀ ਦੋਹਤਰੀ ਨਾਲ ਵਿਆਹ ਕਰਾਉਣਾ ਮਨਜ਼ੂਰ? ਠੀਕ ਫੈਸਲਾ ਕਰਕੇ ਦੱਸੋ, ਮੈਂ ਕੁਝ ਨਹੀਂ ਜੇ ਲੁਕਾਇਆ ਤੁਹਾਡੇ ਕੋਲੋਂ। ਬੋਲਦੀ ਉਰਵਸ਼ੀ ਸਾਹ ਹੋ ਗਈ। ਸਰੀਰ ਦਾ ਸਾਰਾ ਲਹੂ ਉਹਦੇ ਚਿਹਰੇ ਤੇ ਜਾ ਇਕੱਠਾ ਹੋਇਆ।
ਬੋਲਦਿਆਂ ਬੋਲਦਿਆਂ ਉਹਦਾ ਗਲਾ ਭਰੜਾ ਗਿਆ। ਉਹਦੀ ਆਵਾਜ਼ ਇਸ ਵੇਲੇ ਅੱਧੀ ਫਰਲਾਂਗ ਤੱਕ ਸੁਣਾਈ ਦੇ ਰਹੀ ਸੀ। ਉਰਵਸ਼ੀ ਦਾ ਜਦ ਸਾਹ ਨਾਲ ਸਾਹ ਰਲਿਆ ਤਾਂ ਇੰਨਾ ਕੁ ਹੋਰ ਕਹਿ ਗਈ ਜਿਹੜਾ ਸ਼ਾਇਦ ਕਹਿਣਾ ਉਹਨੂੰ ਭੁੱਲ ਗਿਆ ਸੀ। ਕਿ ਤੁਸੀਂ ਮੇਰੀ ਗੱਲ ਦਾ ਅਜੇ ਹੋਰ ਸਬੂਤ ਚਾਹੁੰਦੇ ਹੋ? ਸਬੂਤ ਜਾ ਕੇ ਮੇਰੀ ਮਾਂ ਦੇ ਚਿਹਰੇ ਤੋਂ ਪੜ੍ਹ ਲਓ, ਜਿਹਨੇ ਆਪਣੀ ਦੁਰਾਚਾਰੀ ਮੂੰਹ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾਉਣ ਲਈ ਤੇਜ਼ਾਬ ਨਾਲ ਸਾੜ ਲਿਆ ਤੇ ਦੰਦ ਪੁੱਟਾ ਛੱਡੇ ਹੋਏ। ਉਰਵਸ਼ੀ ਦਾ ਖਿਆਲ ਸੀ ਕਿ ਉਹਦੀਆਂ ਗੱਲਾਂ ਸੁਣ ਕੇ ਪ੍ਰਕਾਸ਼ ਦਾ ਚਿਹਰਾ ਗੁੱਸੇ ਨਾਲ ਅੱਗ ਬਗੋਲਾ ਹੋ ਜਾਏਗਾ, ਪਰ ਇਹ ਨਹੀਂ ਹੋਇਆ। ਪ੍ਰਕਾਸ਼ ਉੱਤੇ ਐਵੇਂ ਝਟ ਪਲ ਲਈ ਇੱਕ ਹੈਰਾਨੀ ਜੀ ਦਾ ਭਾਵ ਆ ਕੇ ਗੁੰਮ ਹੋ ਗਿਆ ਤੇ ਹੁਣ ਉਹ ਪਹਿਲਾਂ ਨਾਲੋਂ ਵੀ ਖੁਸ਼ ਮਾਲੂਮ ਹੁੰਦਾ ਸੀ। ਉਰਵਸ਼ੀ ਨੇ ਜਦ ਆਪਣੀ ਉਮੀਦ ਤੋਂ ਉਲਟ ਤੱਕਿਆ ਤਾਂ ਬੋਲੀ, ਦੱਸੋ ਹੁਣ ਤੁਹਾਡਾ ਕੀ ਖਿਆਲ ਹੈ? ਪ੍ਰਕਾਸ਼ ਬੋਲਿਆ ਨਹੀਂ, ਬੋਲਣ ਦੀ ਜਿਵੇਂ ਜ਼ਬਰਦਸਤ ਤਿਆਰੀ ਕਰ ਰਿਹਾ ਸੀ। ਉਰਵਸ਼ੀ ਫੇਰ ਕੜਕੀ, ਬੋਲਦੇ ਕਿਉਂ ਨਹੀਂ ਪ੍ਰਕਾਸ਼ ਜੀ? ਜੇ ਤੁਹਾਡਾ ਪਿਆਰ ਮੇਰੇ ਨਾਲ ਸੱਚਾ ਹੈ, ਜਿਹੋ ਜਿਹਾ ਤੁਸੀਂ ਦਾਈਆ ਬੰਨ੍ਹਦੇ ਹੋ, ਤਾਂ ਫਿਰ ਝਿਜਕਦੇ ਕਿਉਂ? ਆਓ ਅੱਗੇ ਵਧੋ। ਇੱਛਰ ਤੱਕ ਪ੍ਰਕਾਸ਼ ਵੀ ਜਿਵੇਂ ਕਿਸੇ ਨੁਕਤੇ ਨੂੰ ਫੜ ਚੁੱਕਾ ਸੀ। ਉਹ ਬੋਲਿਆ, ਉਰਵਸ਼ੀ, ਮੈਂ ਤੇਰੀ ਰਾਸਤ ਗੋਈ ਦੀ ਦਾਤ ਦਿੰਦਾ। ਤੂੰ ਬੜੀ ਦਲੇਰੀ ਨਾਲ ਆਪਣੀ ਜ਼ਿੰਦਗੀ ਦੀਆਂ ਸਭੇ ਕੰਨੀਆਂ ਵਿਖਾ ਦਿੱਤੀਆਂ ਨੇ। ਪਰ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੇਰੇ ਉੱਤੇ ਇੱਕ ਸਵਾਲ ਕਰਨਾ ਚਾਹੁੰਦਾ, ਜੇ ਤੂੰ ਬੁਰਾ ਨਾ ਮੰਨੇ। ਹਾਂ ਹਾਂ, ਬੇਸ਼ੱਕ, ਤੇ ਖੁੱਲ੍ਹੇ ਦਿਲ ਨਾਲ। ਮੈਂ ਜਦ ਸੱਚਾਈ ਤੇ ਉਤਰ ਆਈ ਹਾਂ ਤਾਂ ਹੁਣ ਕੁਝ ਵੀ ਤੁਹਾਡੇ ਪਾਸੋਂ ਲੁਕਾ ਕੇ ਨਹੀਂ ਰੱਖਾਂਗੀ। ਮੈਂ ਪੁੱਛਣਾ ਚਾਹੁੰਦਾ, ਤੇਰੀ ਮਾਂ ਨੂੰ ਏਡੀ ਭਾਰੀ ਧੋਖੇਬਾਜ਼ੀ ਕਰਨ ਦੀ ਕਿਉਂ ਲੋੜ ਪਈ, ਫਿਰ ਇੰਨੇ ਕੱਚੇ ਪੈਰਾਂ ਤੇ ਖੜੋ ਕੇ? ਇਹਦਾ ਜਵਾਬ ਮੈਂ ਦੇ ਚੁੱਕੀ ਹਾਂ ਕਿ ਮੇਰੀ ਮਾਂ ਦਾ ਦਿਮਾਗ ਖਰਾਬ ਹੈ। ਇਹ ਮੈਂ ਨਹੀਂ ਮੰਨ ਸਕਦਾ। ਮੈਂ ਉਸ ਨਾਲ ਵਰਤ ਕੇ ਵੇਖਿਆ। ਉਹ ਬੜੀ ਸਮਝਦਾਰ ਤੇ ਪੜ੍ਹੀ ਲਿਖੀ ਜਨਾਨੀ ਹੈ। ਕੀ ਤੁਹਾਡੇ ਖਿਆਲ 'ਚ ਸਮਝਦਾਰ ਤੇ ਪੜ੍ਹੇ ਲਿਖੇ ਲੋਕਾਂ ਦੇ ਦਿਮਾਗ ਖਰਾਬ ਨਹੀਂ ਹੁੰਦੇ? ਚਲੋ ਕੁਝ ਵੀ ਹੈ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਉਹਨੇ ਤੁਹਾਡੇ ਨਾਲ ਤੇ ਆਪਣੇ ਆਪ ਨਾਲ ਵੀ ਧੋਖਾ ਕੀਤਾ ਹੈ। ਇਹਦਾ ਕੁਝ ਵੀ ਸਬੱਬ ਹੋਵੇ, ਇਸ ਬੈਸਟ ਪੈਨ ਦੀ ਇਸ ਵੇਲੇ ਲੋੜ ਨਹੀਂ। ਮੈਂ ਤਾਂ ਤੁਹਾਡੇ ਕੋਲੋਂ ਸਿਰਫ ਇਹੋ ਪੁੱਛਣਾ ਚਾਹੁੰਦੀ ਹਾਂ ਕਿ ਧੋਖੇਬਾਜ਼, ਇੱਕ ਵੇਸਵਾ, ਇੱਕ ਕੰਗਾਲ ਜਨਾਨੀ ਦੀ ਲੜਕੀ ਨਾਲ ਤੁਸੀਂ ਸ਼ਾਦੀ ਕਰਨ ਲਈ ਤਿਆਰ ਹੋ? ਮੈਂ ਜਿਹਨੂੰ ਪਿਆਰ ਕੀਤਾ ਉਹਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡ ਸਕਦਾ। ਛੱਡ ਸਕਣਾ ਜਾਂ ਨਾ ਛੱਡ ਸਕਣਾ ਦੂਜੀ ਗੱਲ ਹੈ ਪ੍ਰਕਾਸ਼ ਜੀ। ਲੋਕੀ ਬਾਜ਼ਾਰੀ ਜਨਾਨੀਆਂ ਨੂੰ ਵੀ ਤਾਂ ਲੋੜ ਮੁਤਾਬਕ ਰੱਖੀ ਰੱਖਦੇ ਨੇ। ਮੇਰਾ ਮਤਲਬ ਵਿਆਹ ਤੋਂ ਹੈ। ਮੈਂ ਪੁੱਛਦੀ ਹਾਂ, ਤੁਸੀਂ ਮੈਨੂੰ ਆਪਣੇ ਘਰ-ਬਾਰ ਦੀ ਮਾਲਕਣ ਤੇ ਆਪਣੀ ਸੰਤਾਨ ਦੀ ਮਾਂ ਬਣਾਉਣ ਨੂੰ ਤਿਆਰ ਹੋ? ਇਹ ਗੱਲ ਜ਼ਰਾ ਸੋਚ ਕੇ ਦੱਸਣ ਵਾਲੀ ਹੈ ਉਰਵਸ਼ੀ, ਪਰ ਇੰਨਾ ਮੈਂ ਤੇਰੇ ਨਾਲ ਇਕਰਾਰ ਕਰਦਾ ਕਿ ਮੈਂ ਮਰਦੇ ਦਮ ਤੱਕ ਤੈਨੂੰ ਅਲੱਗਾ ਨਹੀਂ ਕਰਾਂਗਾ। ਕੋਈ ਹਰਜ ਨਹੀਂ, ਮੇਰੇ ਲਈ ਓਨਾ ਹੀ ਕਾਫੀ ਹੈ। ਮੈਨੂੰ ਤੁਹਾਡੀ ਰਖੇਲੀ ਬਣ ਕੇ ਰਹਿਣ 'ਚ ਕੋਈ ਉਜ਼ਰ ਨਹੀਂ। ਪ੍ਰਕਾਸ਼ ਦੀ ਅੜਚਨ ਆਪਣੇ ਆਪ ਦੂਰ ਹੋ ਗਈ। ਜਿਸ ਖਾਈ 'ਚ ਛਾਲ ਮਾਰਨ ਨੂੰ ਉਹਦਾ ਦਿਲ ਡਰ ਰਿਹਾ ਸੀ, ਉਰਵਸ਼ੀ ਦੀ ਗੱਲ ਨੇ ਜਿਵੇਂ ਉਸ ਖਾਈ ਉੱਤੇ ਆਰ-ਪਾਰ ਪੁਲ ਬੰਨ੍ਹ ਦਿੱਤਾ। ਉਹਨੇ ਸੰਗ ਭਾਵ ਨਾਲ ਬੋਲਿਆ, ਜੇ ਤੂੰ ਕਬੂਲ ਕਰ ਲਏ ਉਰਵਸ਼ੀ, ਤਾਂ ਮੈਂ ਤੈਨੂੰ ਯਕੀਨ ਦਿਵਾਉਣਾ ਕਿ ਤੇਰੇ ਲਈ ਮੈਂ ਕੋਈ ਕਸਰ ਬਾਕੀ ਨਹੀਂ ਰੱਖਾਂਗਾ। ਮੇਰੇ ਵੱਲੋਂ ਤੈਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ, ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ ਤੇ ਮੇਰੇ ਵੱਲੋਂ ਵੀ ਤੁਹਾਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਤੁਹਾਡੀਆਂ ਇੱਥੇ ਕਿੰਨੀਆਂ ਕੁ ਕੋਠੀਆਂ ਨੇ? ਪਰਮਾਤਮਾ ਦੀ ਕਿਰਪਾ ਹੈ ਉਰਵਸ਼ੀ, ਇਸ ਵੇਲੇ 3 ਕੋਠੀਆਂ ਮੇਰੀਆਂ ਆਪਣੀਆਂ ਨੇ, ਇੱਕ ਹੋਟਲ ਤੇ ਹੋਰ ਕਈ ਕੋਠੀਆਂ ਮੈਂ ਠੇਕੇ ਤੇ ਲਈਆਂ ਨੇ। ਮੇਰੀ ਖਾਹਿਸ਼ ਹੈ ਗਰਮੀਆਂ ਦਾ ਸਾਰਾ ਸੀਜ਼ਨ ਤੂੰ ਇੱਥੇ ਹੀ ਰਿਹਾ ਕਰੇ। ਮੈਨੂੰ ਵੀ ਗਰਮੀਆਂ 'ਚ ਬਹੁਤਾ ਇੱਥੇ ਹੀ ਰਹਿਣਾ ਪੈਂਦਾ ਹੈ। ਮੇਰੀ ਵੀ ਇਹੋ ਸਲਾਹ ਹੈ, ਨਾਲੇ ਮੇਰੇ ਇੱਥੇ ਰਹਿਣ ਨਾਲ ਤੁਹਾਡੀ ਆਮਦਨੀ 'ਚ ਕਾਫੀ ਵਾਧਾ ਹੋ ਜਾਏਗਾ। ਪ੍ਰਕਾਸ਼ ਨੇ ਠਿਠਕ ਕੇ ਉਰਵਸ਼ੀ ਵੱਲ ਤੱਕਿਆ, ਮਤੇ ਉਹ ਮਜ਼ਾਕ ਕਰ ਰਹੀ ਹੋਵੇ। ਪਰ ਜਦ ਉਰਵਸ਼ੀ ਦੇ ਚਿਹਰੇ ਤੇ ਉਹਨੇ ਗੰਭੀਰਤਾ ਦੀ ਰੇਖਾ ਤੱਕੀ ਤਾਂ ਬੋਲਿਆ, ਸੱਚਮੁੱਚ ਉਰਵਸ਼ੀ, ਕਹਿੰਦੇ ਨੇ ਦਿਲਾਂ ਨੂੰ ਦਿਲਾਂ 'ਚੋਂ ਰਾਹ ਹੁੰਦੇ ਨੇ। ਤੂੰ ਮੇਰੇ ਦਿਲ ਦੀ ਹਾਲਤ ਨੂੰ ਠੀਕ ਬੁੱਝਿਆ। ਅਸਲ ਵਿੱਚ ਪਰਮਾਤਮਾ ਨੇ ਮੇਰੀ ਮੁਰਾਦ ਪੂਰੀ ਕਰ ਦਿੱਤੀ। ਅੱਜ ਤੋਂ ਮੈਂ ਆਪਣੀ ਉਰਵਸ਼ੀ ਲਈ ਗੱਲ ਕਰਦਾ ਕਰਦਾ ਪ੍ਰਕਾਸ਼ ਜਿਉਂ ਹੀ ਉਰਵਸ਼ੀ ਨੂੰ ਜੱਫੀ 'ਚ ਭਰਨ ਲਈ ਉਹਦੇ ਨੇੜੇ ਹੋਇਆ ਕਿ ਇੱਕ ਲਲਕਾਰ ਨੇ ਉਹਦੀ ਗੱਲ ਵਿਚਾਲੇ ਰੋਕ ਦਿੱਤੀ ਤੇ ਬਾਹਾਂ ਵੀ ਉਹਨੂੰ ਪਿੱਛਾਂ ਹਟਾਉਣੀਆਂ ਪਈਆਂ। ਉਰਵਸ਼ੀ ਇਹ ਕਹਿੰਦੀ ਹੋਈ 2-4 ਕਦਮ ਪਿੱਛੇ ਹਟ ਗਈ, ਮਿਹਰਬਾਨੀ ਕਰਕੇ ਮੇਰੇ ਸਰੀਰ ਨੂੰ ਨਾ ਛੂਹਣਾ। ਅਸਲ 'ਚ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਨਫ਼ਰਤ ਕਰਦੀ ਹਾਂ। ਤੁਸੀਂ ਅੱਜ ਇਹ ਫਰਮਾਇਸ਼ ਪਾਈ ਕਿ ਮੈਂ ਆਪਣਾ ਦਿਲ ਖੋਲ੍ਹ ਦਿਆਂ ਤੁਹਾਡੇ ਸਾਹਮਣੇ, ਸੋ ਮੈਂ ਖੋਲ੍ਹ ਦਿੱਤਾ। ਮੇਰੀ ਮਾਂ ਨੇ ਤੁਹਾਨੂੰ ਮਾਇਆ ਦੇ ਸਬਜ਼ ਬਾਗ ਵਿਖਾਏ, ਇੱਧਰ ਤੁਸੀਂ ਉਹਦੀ ਦੌਲਤ ਤੇ ਮੇਰੀ ਇੱਜ਼ਤ ਨੂੰ ਖਰੀਦਣ ਲਈ ਕੁੜਕੀ ਲਾਈ। ਪਰ ਅੱਜ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਇਹ ਸੱਪ ਨੂੰ ਸੱਪ ਲੜੇ, ਵਿਸ ਕਿਸ ਨੂੰ ਚੜੇ ਵਾਲਾ ਨਾਟਕ ਸੀ। ਇਹਨਾਂ ਕਹਿ ਚੁੱਕਣ ਤੋਂ ਬਾਅਦ ਉਰਵਸ਼ੀ ਉੱਥੇ ਹੋਰ ਨਹੀਂ ਠਹਿਰੀ। ਉਹਨੇ ਚੀਚੀ ਉਂਗਲੀ ਵਿੱਚੋਂ 3 ਹੀਰਿਆਂ ਵਾਲੀ ਮੁੰਦਰੀ ਉਤਾਰੀ ਤੇ ਪ੍ਰਕਾਸ਼ ਦੇ ਸਾਹਮਣੇ ਸੁੱਟ ਕੇ ਉਸ ਪਗਡੰਡੀ ਥਾਣੀ ਤੇਜ਼ੀ ਨਾਲ ਉਤਰਨੀ ਸ਼ੁਰੂ ਹੋ ਗਈ, ਜਿਸ ਤੇ ਚੜ੍ਹ ਕੇ ਇੱਥੇ ਆਈ ਸੀ। ਪ੍ਰਕਾਸ਼ ਦੀਆਂ ਅੱਖਾਂ ਤਾੜੇ ਲੱਗੀਆਂ ਸਨ। ਮੁੰਦਰੀ ਚੁੱਕਣ ਤੋਂ ਬਾਅਦ ਉਹਨੇ ਜਾਂਦੀ ਹੋਈ ਉਰਵਸ਼ੀ ਨੂੰ ਆਵਾਜ਼ਾਂ ਦੇ ਕੇ ਠਹਿਰਾਣਾ ਚਾਹਿਆ ਤੇ ਜਦੋਂ ਤੇਜ਼ ਦੌੜਨ ਲੱਗੀ ਤਾਂ ਉਹ ਵੀ ਉਹਦੇ ਮਗਰ ਉੱਠ ਭੱਜਿਆ। ਪਰ ਜਿਉਂ ਹੀ ਉਰਵਸ਼ੀ ਦੀ ਲਲਕਾਰ ਆਈ, ਖੜੇ ਰਹੋ ਉੱਥੇ ਹੀ, ਨਹੀਂ ਤਾਂ ਮੈਂ ਰੌਲਾ ਪਾ ਦਿਆਂਗੀ। ਰਿਕਸ਼ਾ ਕੁਲੀ
ਉਹ ਹੇਠਾਂ ਮੌਜੂਦ ਨੇ ਤਾਂ ਉਹਨਾਂ ਹੀ ਪੈਰਾਂ ਤੇ ਪ੍ਰਕਾਸ਼ ਜੰਮ ਗਿਆ। ਅੰਗ 25ਵਾਂ। ਹਨੇਰੀ ਰਾਤ ਨੇ ਹਰ ਦਿਸਦੀ ਚੀਜ਼ ਉੱਤੇ ਸਿਆਹੀ ਦਾ ਪੋਚਾ ਫੇਰ ਦਿੱਤਾ ਸੀ। ਝੱਖੜ ਦਾ ਤੂਫਾਨੀ ਹੰਗਾਮਾ ਹਜ਼ਾਰਾਂ ਪ੍ਰੇਤਾਂ ਦੀਆਂ ਆਵਾਜ਼ਾਂ ਬਣ ਕੇ ਸ਼ੂਕ ਰਿਹਾ ਸੀ। ਬੱਦਲਾਂ ਦੀਆਂ ਘਟਾਵਾਂ ਜਿਨ੍ਹਾਂ ਨੇ ਆਕਾਸ਼ ਦੇ ਮੂੰਹ ਅੱਗੇ ਹੁਣ ਤੀਕ ਮੋਟਾ ਕਾਲਾ ਪਰਦਾ ਤਾਣੀ ਰੱਖਿਆ ਸੀ, ਹੌਲੀ ਹੌਲੀ ਛਾਨਣੀਆਂ ਸ਼ੁਰੂ ਹੋ ਗਈਆਂ। ਥੋੜ੍ਹੀ ਦੇਰ ਬਾਅਦ ਇਸੇ ਪਰਦੇ ਹੇਠੋਂ ਤਾਰਿਆਂ ਦੀਆਂ ਅਣਗਿਣਤ ਅੱਖਾਂ ਲਿਸ਼ਕ ਪਈਆਂ। ਸ਼ਾਇਦ ਇਹ ਅੱਖਾਂ ਇਸ ਵੇਲੇ ਧਰਤੀ ਲੋਕ ਦੇ ਵਾਸੀਆਂ ਉੱਤੇ ਟਿਕੀਆਂ ਸਨ, ਉਹਨਾਂ ਦੇ ਐਮਾਲਨਾਮਿਆਂ ਨੂੰ ਪੜ੍ਹਨ ਲਈ। ਮਸੂਰੀ ਪਹਾੜ ਦੇ ਜੰਮੇ ਹੋਏ ਦਿਲ ਨੂੰ ਬਹਾਰ ਦੀਆਂ ਹਵਾਵਾਂ ਨੇ ਭੰਗਾਰਨਾ ਸ਼ੁਰੂ ਕਰ ਦਿੱਤਾ। ਉਹਦੀਆਂ ਬਰਫਾਨੀ ਚੋਟੀਆਂ ਉੱਤੇ ਆਸਣ ਜਮਾਈ ਬੈਠੀ ਪਤਝੜ ਦਾ ਆਸਣ ਡੋਲਣ ਲੱਗ ਪਿਆ। ਇਸੇ ਸਮੇਂ ਅਸੀਂ ਪ੍ਰਭਾ ਦੇਵੀ ਨੂੰ ਪ੍ਰਕਾਸ਼ ਵਿਲਾ ਦੇ ਇੱਕ ਸਜੇ ਹੋਏ ਕਮਰੇ 'ਚ ਲੰਮੀ ਪਈ ਵੇਖਦੇ ਹਾਂ, ਕਲਮਕਲੀ ਤੇ ਕਿਸੇ ਦੀ ਉਡੀਕ 'ਚ ਬੇਚੈਨ ਜਿਹੀ। ਪਰ ਇਸ ਬੇਚੈਨੀ 'ਚ ਆਸ਼ਾ ਦਾ ਮਿੱਠਾ ਜਿਹਾ ਸੁਪਨਾ ਉਹਦੇ ਮਨ 'ਚ ਕੁਤਕੁਤਾਰੀਆਂ ਕਰ ਰਿਹਾ। ਕੱਲ ਉਹਦੇ ਸਾਹਮਣੇ ਉਹ ਲੰਘ ਚੁੱਕਿਆ ਤੇ ਜਾਂਦਾ ਹੋਇਆ ਉਹਦੇ ਕੰਨ 'ਚ ਕਹਿ ਗਿਆ, ਪ੍ਰਭਾ ਦੇਵੀ, ਤੇਰੀਆਂ ਉਮੀਦਾਂ ਦਾ ਚੰਦਰਮਾ ਭਲਕੇ ਚੜ੍ਹਨ ਵਾਲਾ ਹੈ। ਤੇ ਪ੍ਰਭਾ ਦੇਵੀ ਇਹਦੀ ਉਡੀਕ ਵਿੱਚ ਵਰਤਮਾਨ ਨੂੰ ਧੱਕੇ ਦੇ ਕੇ ਭਜਾਉਣ ਦਾ ਯਤਨ ਕਰ ਰਹੀ ਹੈ, ਤਾਂ ਜੋ ਭਲਕਦਾ ਸੂਰਜ ਉਸ ਲਈ ਖੁਸ਼ੀ ਦਾ ਪੈਗਾਮ ਲੈ ਕੇ ਚੜ੍ਹੇ। ਬੱਚੀ ਦੇ ਸੁਨਹਿਰੀ ਮਹਿਲ ਦੀਆਂ ਆਸਾਂ, ਜਿਨ੍ਹਾਂ ਦਾ ਆਖਰੀ ਰੱਦਾ ਬਸ ਲੱਗਣ ਹੀ ਵਾਲਾ ਹੈ। ਪ੍ਰਭਾ ਦੇਵੀ ਇਸ ਵੇਲੇ ਆਪਣੇ ਬਿਸਤਰੇ 'ਚ ਲੰਮੀ ਪਈ ਉਸੇ ਸੁਭਾਗੀ ਘੜੀ ਦੀ ਉਡੀਕ ਕਰ ਰਹੀ ਹੈ, ਜਦ ਉਰਵਸ਼ੀ ਇੱਕ ਲੱਖਪਤੀ ਦੀ ਧਰਮ ਪਤਨੀ ਹੋਏਗੀ। ਆਪਣੇ ਬਣਨ ਵਾਲੇ ਜਵਾਈ ਦੀਆਂ ਉੱਚੀਆਂ ਸ਼ਾਨਾਂ ਜਿਉਂ-ਜਿਉਂ ਉਹਦੀ ਦ੍ਰਿਸ਼ਟੀ ਗੋਚਰ ਹੁੰਦੀਆਂ ਗਈਆਂ, ਉਹਦੇ ਸੁਪਨਿਆਂ 'ਚ ਜਾਨ ਪੈਂਦੀ ਗਈ। ਪ੍ਰਕਾਸ਼ ਦੀਆਂ ਮੋਟਰਾਂ, ਪ੍ਰਕਾਸ਼ ਦੇ ਬੰਗਲੇ, ਪ੍ਰਕਾਸ਼ ਦੇ ਨੌਕਰ ਚਾਕਰ, ਪ੍ਰਕਾਸ਼ ਦੀ ਰਾਜਿਆਂ ਨਵਾਬਾਂ ਵਾਲੀ ਸ਼ਾਨ, ਇਹ ਸਾਰੀਆਂ ਚੀਜ਼ਾਂ ਉਹਦੀ ਪੜਚੋਲ ਕਸੌਟੀ ਤੇ ਪੂਰੀਆਂ ਉਤਰ ਚੁੱਕੀਆਂ ਸੀ। ਕੁਝ ਵੀ ਕਾਣ ਕਸਰ ਉਹਨੂੰ ਦਿਖਾਈ ਨਹੀਂ ਦਿੱਤੀ। ਪ੍ਰਕਾਸ਼ ਉਸ ਲਈ ਖਰਾ ਸੋਨਾ ਹੀ ਨਹੀਂ, ਅਣਵਿੱਧ ਮੋਤੀ ਸਾਬਤ ਹੋ ਚੁੱਕਾ ਹੈ। ਕਮਰੇ ਦੇ ਬੂਹੇ ਬਾਰੀਆਂ ਬੰਦ ਹਨ, ਉਹਨਾਂ ਅੱਗੇ ਲਾਲ ਬਨਾਤ ਦੇ ਪਰਦੇ ਤਣੇ ਹਨ। ਕਮਰਾ ਕਾਫੀ ਨਿੱਘਾ ਤੇ ਆਰਾਮਦੇਹ ਹੋਣ ਤੇ ਵੀ ਪ੍ਰਭਾ ਦੇਵੀ ਉਰਵਸ਼ੀ ਦੀ ਚਿੰਤਾ ਵਿੱਚ ਕਿਸੇ ਵੇਲੇ ਬੇਚੈਨ ਹੋ ਉੱਠਦੀ ਹੈ। ਜਿਉਂ ਹੀ ਉਹਨੂੰ ਖੜਾਕ ਸੁਣਾਈ ਦਿੰਦਾ, ਝੱਟ ਪਲੰਗ ਤੋਂ ਉੱਠ ਕੇ ਬੂਹੇ ਪਾਸ ਜਾ ਪਹੁੰਚਦੀ ਹੈ, ਫਿਰ ਬਿਸਤਰੇ 'ਚ ਜਾ ਲੇਟਦੀ ਹੈ। ਕੋਠੀ ਦਾ ਗੜਵਾਲੀ ਚੌਕੀਦਾਰ ਬਾਹਰ ਵਰਾਂਡੇ 'ਚ ਪੱਟੂ ਦੀ ਬੁੱਕਲ ਵਿੱਚ ਗੁੱਛਾ ਮੁੱਛਾ ਹੋ ਕੇ ਕੰਧ ਨਾਲ ਲੱਗਾ ਹੋਇਆ। ਪ੍ਰਭਾ ਦੇਵੀ ਦਾ ਉਹਨੂੰ ਹੁਕਮ ਹੈ ਕਿ ਜਦ ਤੱਕ ਉਰਵਸ਼ੀ ਵਾਪਸ ਨਹੀਂ ਆ ਜਾਂਦੀ, ਉਹ ਕੋਠੀ ਦਾ ਫਾਟਕ ਖੁੱਲ੍ਹਾ ਰੱਖੇ। ਉਹਨੇ ਅੱਜ ਸ਼ਾਮੀ ਜਦ ਉਰਵਸ਼ੀ ਤੇ ਆਪਣੇ ਬਣਨ ਵਾਲੇ ਜਵਾਈ ਨੂੰ ਇਕੱਠਿਆਂ ਸੈਰ ਕਰਨ ਲਈ ਭੇਜਿਆ ਤਾਂ ਖੁਸ਼ੀ ਨਾਲ ਉਹਦੇ ਪੈਰ ਭੁੰਜੇ ਨਹੀਂ ਸੀ ਲੱਗਦੇ। ਬਾਰ-ਬਾਰ ਉਮੰਗਾਂ ਦਾ ਇੱਕ ਉਛਾਲਾ ਉਹਦੇ ਹਿਰਦੇ 'ਚ ਉੱਠਦਾ, ਕਿੰਨੀ ਸੁੰਦਰ ਜੋੜੀ ਹੈ। ਹੁਣ ਤੱਕ ਉਹ ਕਿਉਂ ਨਹੀਂ ਆਏ? ਇਹ ਚਿੰਤਾ ਇਸ ਵੇਲੇ ਪ੍ਰਭਾ ਦੇਵੀ ਤੇ ਖੁਸ਼ੀਆਂ 'ਚ ਹੁਲਾਰੇ ਲੈਂਦੇ ਦਿਲ ਉੱਤੇ ਬੇਚੈਨੀ ਜਿਹੀ ਦੀ ਰੇਖਾ ਖਿੱਚ ਦਿੰਦੀ ਹੈ। ਜਿਉਂ-ਜਿਉਂ ਬਾਹਰੋਂ ਬਿਜਲੀ ਦੀ ਕੜਕੜ, ਝੱਖੜ ਦੀ ਖੜਖੜ ਤੇ ਬੱਦਲਾਂ ਦੀ ਗੜਗੜ ਉਹਨੂੰ ਸੁਣਾਈ ਦਿੰਦੀ ਹੈ, ਜਿਵੇਂ ਉਹਨੂੰ ਆਪਣੀ ਸਵਰਗੀ ਪੀਂਘ ਦੀ ਰੱਸੀ ਢਿੱਲੀ ਹੋ ਕੇ ਇੱਕ ਪਾਸੇ ਨੂੰ ਉੱਲਰਦੀ ਦਿਖਾਈ ਦੇਣ ਲੱਗ ਪੈਂਦੀ ਹੈ, ਜਿਸ ਨਾਲ ਉਹਨੂੰ ਡਿੱਗਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਪ੍ਰਭਾ ਦੇਵੀ ਉਡੀਕਦੀ ਤੰਗ ਆ ਗਈ। ਉਹਨਾਂ ਇੰਨੀ ਦੇਰ ਲਾਤੀ। ਉਹ ਬਿਸਤਰੇ 'ਚੋਂ ਨਿਕਲੀ। ਉਹਦੀ ਪਹਿਲੀ ਨਜ਼ਰ ਕੰਧ ਨਾਲ ਲੱਗੇ ਕਲਾਕ ਤੇ ਪਈ, ਪਰ ਵਕਤ ਉਹਨੂੰ ਪਤਾ ਹੀ ਨਾ ਲੱਗ ਸਕਿਆ। ਕਲੌਕ ਜਿਵੇਂ ਛੇਕੜਲੇ ਸਵਾਸਾਂ ਤੇ ਸੀ। ਉਹਦੇ ਪੈਂਡੂਲਮ ਦੀ ਹਰਕਤ ਕਿਸੇ ਮਰਨਾਊ ਦੀ ਨਬਜ਼ ਜਿੰਨੀ ਰਹਿ ਗਈ ਸੀ। ਸ਼ਾਇਦ ਕਲੌਕ ਨੂੰ ਚਾਬੀ ਨਹੀਂ ਸੀ ਦਿੱਤੀ ਗਈ। ਉਸ ਅਨੁਮਾਨ ਲਾਇਆ ਕਿ ਵਕਤ 9 ਤੋਂ ਘੱਟ ਨਹੀਂ ਹੋਏਗਾ। ਉਹ ਕਮਰੇ 'ਚੋਂ ਬਾਹਰ ਨਿਕਲੀ। ਵਰਾਂਡੇ 'ਚ ਚੌਕੀਦਾਰ ਉਸੇ ਤਰ੍ਹਾਂ ਗੁੱਛਾ ਮੁੱਛਾ ਹੋ ਕੇ ਕੰਧ ਨਾਲ ਲੱਗਾ ਸੀ। ਸ਼ਾਲ ਦੀ ਬੁੱਕਲ 'ਚ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਲਪੇਟੀ ਉਹ ਫਾਟਕ ਪਾਸ ਜਾ ਪਹੁੰਚੀ। ਝੱਖੜ ਦੀਆਂ ਦਹਿਸ਼ਤਨਾਕ ਸੀਟੀਆਂ ਨੇ ਉਹਦੇ ਅੰਦਰ ਡਰ ਪੈਦਾ ਕਰ ਰੱਖਿਆ ਸੀ। ਉਹਦਾ ਸਰੀਰ ਇਸ ਵੇਲੇ ਕੰਬ ਰਿਹਾ ਸੀ, ਕੁਝ ਸਰਦੀ ਨਾਲ, ਕੁਝ ਡਰ ਨਾਲ। ਝੱਟ ਕੁ ਖੜੋਤੀ ਰਹਿਣ ਤੋਂ ਬਾਅਦ ਪ੍ਰਭਾ ਦੇਵੀ ਦੀ ਸਲਾਹ ਹੋਈ ਕਿ ਚੌਕੀਦਾਰ ਨੂੰ ਨਾਲ ਲੈ ਕੇ ਪ੍ਰਕਾਸ਼ ਦੇ ਹੋਟਲ ਵੱਲ ਚਲੀ ਜਾਵੇ। ਪ੍ਰਕਾਸ਼ ਨੇ ਆਪਣੀ ਰਿਹਾਇਸ਼ ਉੱਥੇ ਰੱਖੀ ਹੋਈ ਸੀ। ਪ੍ਰਭਾ ਦੇਵੀ ਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਸੀ ਕਿ ਉਹ ਕਿਉਂ ਮਿਸ਼ਰਾਣੀ ਤੇ ਮੁੰਡੂ ਨੂੰ ਘਰ 'ਚ ਹੀ ਛੱਡ ਆਈ। ਦੋਵਾਂ ਵਿੱਚੋਂ ਇੱਕ ਵੀ ਜੇ ਉਹਦੇ ਨਾਲ ਹੁੰਦਾ ਤਾਂ ਉਹਨੂੰ ਬਹੁਤ ਸਾਰਾ ਹੌਸਲਾ ਹੁੰਦਾ। ਉਹ ਮੁੜਨ ਨਹੀਂ ਲੱਗੀ ਸੀ ਕਿ ਦੂਰੋਂ ਦਰਖਤਾਂ ਦੇ ਇੱਕ ਝੁੰਡ 'ਚੋਂ ਕੋਈ ਪਰਛਾਵਾਂ ਜਿਹਾ ਉਹਦੀ ਨਜ਼ਰੀ ਪਿਆ, ਜਿਹੜਾ ਹੌਲੀ-ਹੌਲੀ ਇੱਧਰ ਆ ਰਿਹਾ ਸੀ। ਤਾਰਿਆਂ ਦੀ ਲੋਚ ਅੱਖਾਂ ਗੱਡੀ ਪ੍ਰਭਾ ਦੇਵੀ ਜਦ ਤੀਕ ਫਾਟਕ ਦੀ ਬਾਰੀ ਅੱਗੇ ਖੜੀ ਉੱਧਰ ਤੱਕਦੀ ਰਹੀ, ਜਦ ਤੱਕ ਉਹਨੂੰ ਇਹ ਯਕੀਨ ਹੋ ਗਿਆ ਕਿ ਆਉਣ ਵਾਲੀ ਉਰਵਸ਼ੀ ਹੈ। ਉਰਵਸ਼ੀ? ਪੁਕਾਰਦੀ ਹੋਈ ਪ੍ਰਭਾ ਦੇਵੀ ਉੱਡ ਕੇ ਉਹਦੇ ਕੋਲ ਜਾ ਪਹੁੰਚੀ ਤੇ ਉਹਨੇ ਵੇਖਦਿਆਂ ਹੀ ਸ਼ਸ਼ੱਦਰ ਰਹਿ ਗਈ। ਉਰਵਸ਼ੀ ਸਿਰ ਤੋਂ ਪੈਰਾਂ ਤੱਕ ਠਰੀ ਹੋਈ ਸੀ। ਦੰਦੋ ਡਿੱਕਾ ਵੱਜ ਰਿਹਾ ਸੀ। ਗੱਲ ਕਰਨ ਜੋਗੀ ਅਸੰਗ ਵੀ ਉਸ 'ਚ ਨਹੀਂ ਸੀ।
ਮਾਂ ਨੂੰ ਵੇਖਦਿਆਂ ਉਰਵਸ਼ੀ ਭੱਜ ਕੇ ਉਹਦੇ ਮੋਢੇ ਨਾਲ ਇਸ ਤਰ੍ਹਾਂ ਜਾ ਥੰਮੀ ਜਿਵੇਂ ਆਪਣੇ ਡਿੱਗ ਪੈਣ ਦਾ ਉਹਨੂੰ ਖਤਰਾ ਪੈਦਾ ਹੋ ਗਿਆ ਹੋਵੇ। ਬਿਨਾਂ ਹੋਰ ਕੁਝ ਕਿਹਾ ਪ੍ਰਭਾ ਦੇਵੀ ਉਹਨੂੰ ਅੰਦਰ ਲਿਆਈ ਤੇ ਬੈਡਰੂਮ 'ਚ ਜਾਂਦੀ ਹੋਈ ਚੌਕੀਦਾਰ ਨੂੰ ਕਹਿੰਦੀ ਗਈ, ਚੌਕੀਦਾਰ ਦਰਵਾਜ਼ਾ ਬੰਦ ਕਰ ਦੇ। ਅੰਦਰ ਜਾ ਕੇ ਸਭ ਤੋਂ ਪਹਿਲਾਂ ਉਹਨੇ ਹੀਟਰ ਦਾ ਸਵਿੱਚ ਦਬਾਇਆ। ਉਹਦੇ ਸਾਹਮਣੇ ਉਰਵਸ਼ੀ ਨੂੰ ਬਿਠਾ ਕੇ ਉਹਦੇ ਕੱਪੜੇ ਬਦਲਣ ਲੱਗੀ। ਕੱਪੜੇ ਉਹਦੇ ਭਿੱਜੇ ਸਨ। ਜਿੰਨਾ ਚਿਰ ਪ੍ਰਭਾ ਦੇਵੀ ਇਹ ਕੰਮ ਕਰਦੀ ਰਹੀ, ਉਰਵਸ਼ੀ ਦੀਆਂ ਹੈਰਾਨ ਤੇ ਡਰੀਆਂ ਅੱਖਾਂ ਮਾਂ ਉੱਤੇ ਗੱਡੀਆਂ ਰਹੀਆਂ। ਹੀਟਰ ਜਲਦੀ ਗਰਮ ਹੋ ਗਿਆ, ਜਿਹਦੇ ਨਿੱਘ ਨਾਲ ਉਰਵਸ਼ੀ ਦਾ ਦੰਦੋ ਡਿੱਕਾ ਦੂਰ ਹੋ ਗਿਆ। ਹੁਣ ਉਹ ਪ੍ਰਭਾ ਦੇਵੀ ਦੇ ਨਾਲ ਉਸਦੇ ਬਿਸਤਰੇ 'ਚ ਬੈਠੀ ਸੀ। ਉਰਵਸ਼ੀ, ਪ੍ਰਭਾ ਦੇਵੀ ਨੇ ਪੁੱਛਿਆ, ਇਹ ਕੀ? ਕੁਝ ਨਹੀਂ ਮਾਤਾ ਜੀ, ਇਸ ਤਰ੍ਹਾਂ ਪਥਰਾਈਆਂ ਅੱਖਾਂ ਨਾਲ ਮਾਂ ਵੱਲ ਤੱਕਦਿਆਂ ਉਰਵਸ਼ੀ ਨੇ ਜਵਾਬ ਦਿੱਤਾ। ਤੂੰ ਇੰਨੀ ਦੇਰ ਲਾਤੀ, ਨਾਲੇ ਇਕੱਲੀ ਇਸ ਤਰ੍ਹਾਂ? ਹੱਥ ਨਾਲੋਂ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਹੋਈ ਉਰਵਸ਼ੀ ਬੋਲੀ, ਜ਼ਰਾ ਕੁ ਹੋਰ ਠਹਿਰ ਜਾਓ ਮਾਤਾ ਜੀ, ਮੇਰਾ ਸਾਹ ਅਜੇ ਚੰਗੀ ਤਰ੍ਹਾਂ ਨਹੀਂ ਮੁੜਿਆ, ਸਭ ਕੁਝ ਦੱਸਦੀ ਹਾਂ। ਕਿਸੇ ਨਹਿ ਛੋਣੀ ਦੀ ਸੰਭਾਵਨਾ ਕਰਕੇ ਪ੍ਰਭਾ ਦੇਵੀ ਦੇ ਦਿਲ ਨੂੰ ਝਟਕਾ ਜਿਹਾ ਵੱਜਾ। ਦੋਵਾਂ ਮਾਵਾਂ ਧੀਆਂ ਕਾਫੀ ਚਿਰ ਇੱਕ ਦੂਜੇ ਦੇ ਸਾਹਮਣੇ ਚੁੱਪ ਬੈਠੀਆਂ ਰਹੀਆਂ। ਪ੍ਰਭਾ ਦੇਵੀ ਦੀ ਨਜ਼ਰ ਉਰਵਸ਼ੀ ਦੇ ਚਿਹਰੇ ਤੇ ਗੱਡੀ ਹੋਈ ਸੀ, ਪਰ ਉਰਵਸ਼ੀ ਦੀ ਆਪਣੇ ਗੋਡਿਆਂ ਤੇ ਲਈ ਹੋਈ ਸ਼ਾਲ ਉੱਤੇ, ਜਿਹਦੀ ਝਾਲਰ ਵਿੱਚ ਪੋਟਿਆਂ ਨੂੰ ਪਾਈ ਗੈਰ ਇਰਾਦੀ ਤੌਰ ਤੇ ਉਹਦੀਆਂ ਤੰਦਾਂ ਖਿੱਚ ਰਹੀ ਸੀ। ਚੋਖਾ ਚਿਰ ਬੀਤ ਜਾਣ ਤੇ ਵੀ ਜਦ ਉਰਵਸ਼ੀ ਨੇ ਜ਼ੁਬਾਨ ਨਾ ਖੋਲ੍ਹੀ ਤੇ ਪ੍ਰਭਾ ਦੇਵੀ ਨੇ ਮੁੜ ਪੁੱਛਿਆ, ਉਰਵਸ਼ੀ ਦੱਸ ਕੀ ਗੱਲ ਸੀ? ਉਰਵਸ਼ੀ ਚੁੱਪ ਰਹੀ। ਬੋਲਦੀ ਕਿਉਂ ਨਹੀਂ? ਉਰਵਸ਼ੀ ਮਾਂ ਵੱਲ ਤੱਕੀ ਤੇ ਤੱਕ ਕੇ ਉਹਨੇ ਨੀਵੀਂ ਪਾ ਲਈ। ਮੈਂ ਤੈਨੂੰ ਕੀ ਪੁੱਛ ਰਹੀ ਹਾਂ? ਜਵਾਬ ਦੀ ਥਾਂ ਉਰਵਸ਼ੀ ਦੇ ਅੰਦਰੋਂ ਇੱਕ ਹੌਕਾ ਨਿਕਲਿਆ। ਪ੍ਰਭਾ ਦੇਵੀ ਦੀ ਘਬਰਾਹਟ ਹੁਣ ਇੰਨੀ ਵੱਧ ਗਈ ਕਿ ਆਪਣੇ ਅੰਦਰ ਉਹਨੂੰ ਪਾਗਲਪਣ ਦੇ ਭਾਵ ਉੱਠਦੇ ਮਹਿਸੂਸ ਹੋਣ ਲੱਗੇ, ਜਿਵੇਂ ਅਕਸਰ ਬਹੁਤੀ ਨਿਰਾਸ਼ਤਾ, ਘਬਰਾਹਟ ਜਾਂ ਗੁੱਸੇ ਦੀ ਹਾਲਤ ਵਿੱਚ ਉਹਦੇ ਅੰਦਰ ਹੋਇਆ ਕਰਦੇ ਹੈ। ਉਹ ਕੁਝ ਤੇਜ਼ੀ 'ਚ ਬੋਲੀ, ਉਰਵਸ਼ੀ ਤੂੰ ਬੋਲਦੀ ਕਿਉਂ ਨਹੀਂ? ਉਰਵਸ਼ੀ ਨੇ ਸ਼ਾਇਦ ਮਾਂ ਦੀ ਹਾਲਤ ਨੂੰ ਜਾਂਚ ਲਿਆ। ਤੌਖਲਾ ਜਿਹੜਾ ਹੁਣ ਤੱਕ ਉਰਵਸ਼ੀ ਦੇ ਦਿਲ 'ਚ ਸਿਮਟਿਆ ਹੋਇਆ ਸੀ, ਫੈਲਣਾ ਸ਼ੁਰੂ ਹੋਇਆ। ਇਸੇ ਤੌਖਲੇ ਨਾਲ ਸਿੱਲੀ ਹੋਈ ਆਵਾਜ਼ 'ਚ ਉਹਦੇ ਮੂੰਹੋਂ ਨਿਕਲੀ, ਮਾਤਾ ਜੀ ਮੈਂ ਸਭ ਕੁਝ ਦੱਸਾਂਗੀ, ਪਰ ਜੇ ਪਹਿਲਾਂ ਇਕਰਾਰ ਕਰੋ ਮੇਰੇ ਨਾਲ। ਕੀ? ਪ੍ਰਭਾ ਦੇਵੀ ਦਾ ਡਰ ਹੋਰ ਵੱਧ ਗਿਆ। ਮੈਂ ਅੱਜ ਤੱਕ ਕਦੀ ਤੁਹਾਡੇ ਕੋਲੋਂ ਕੁਝ ਮੰਗਿਆ ਹੈ ਮਾਤਾ ਜੀ? ਨਹੀਂ। ਤਾਂ ਅੱਜ ਮੇਰੀ ਮੰਗ ਨੂੰ ਠੁਕਰਾਣਾ ਨਾ, ਮੈਂ ਜੋ ਕੁਝ ਮੰਗਾ ਜ਼ਰੂਰ ਦੇਣਾ। ਮਮਤਾ ਨੇ ਪ੍ਰਭਾ ਦੇਵੀ ਨੂੰ ਸ਼ਰਾਬੋਰ ਕਰ ਦਿੱਤਾ। ਉਹਨੇ ਉਰਵਸ਼ੀ ਨੂੰ ਜੱਫੀ 'ਚ ਭਰ ਲਿਆ ਤੇ ਉਹਦੇ ਸਿਰ ਤੇ ਹੱਥ ਫੇਰਦੀ ਬੋਲੀ, ਦੱਸ ਪਰ ਇੰਨੀ ਡਰ ਕਿਉਂ ਗਈ ਹੈ? ਤੇ ਇਹ ਡਰ ਕੇ ਕਿਉਂ ਮੰਗ ਰਹੀ ਹੈ? ਮੇਰੇ ਕੋਲ ਜੋ ਕੁਝ ਵੀ ਹੈ ਉਹੀ ਤੇਰਾ ਹੀ ਹੈ। ਮਾਤਾ ਜੀ ਮੈਂ ਇਹੋ ਮੰਗਦੀ ਹਾਂ ਕਿ ਮੇਰੀ ਗੱਲ ਸੁਣ ਕੇ ਤੁਸੀਂ ਕੋਈ ਮਾੜੀ ਹਰਕਤ ਨਾ ਕਰਨਾ। ਤੁਸੀਂ ਝਟਪਟ ਬੇਕਾਬੂ ਹੋ ਜਾਂਦੇ ਹੋ, ਪਰ ਕਦੀ ਤੁਸੀਂ ਇਹ ਨਹੀਂ ਸੋਚਿਆ ਕਿ ਤੁਹਾਡੇ ਬਗੈਰ ਇਸ ਦੁਨੀਆ ਤੇ ਮੇਰਾ ਕੌਣ ਹੈ? ਜਿਸ ਦਿਨ ਮਾਤਾ ਜੀ ਤੁਸੀਂ ਨਹੀਂ ਰਹੋਗੇ, ਮੈਂ ਕਿਹਦੀ ਗੋਦੀ ਵਿੱਚ? ਉਰਵਸ਼ੀ ਹੋਰ ਨਹੀਂ ਬੋਲ ਸਕੀ। ਮਾਂ ਦੀ ਗੋਦੀ ਵਿੱਚ ਸਿਰ ਲੁਕਾਈ ਉਹ ਅਥਰੂਆਂ ਨਾਲ ਪ੍ਰਭਾ ਦੇਵੀ ਦੀ ਹਿੱਕ ਭਿਉਂ ਰਹੀ ਸੀ। ਮੈਂ ਕੁਝ ਨਹੀਂ ਕਰਾਂਗੀ ਉਰਵਸ਼ੀ, ਤੂੰ ਕੋਈ ਖਤਰਾ ਨਾ ਕਰ, ਨਿਸੰਗ ਹੋ ਕੇ ਦੱਸ ਦੇ ਸਭ ਕੁਝ। ਮੈਂ ਮਾਤਾ ਜੀ, ਮੇਰੇ ਕੋਲ ਇੱਕ ਗਲਤੀ ਹੋ ਗਈ। ਕੀ? ਪ੍ਰਕਾਸ਼ ਨੂੰ ਮੈਂ ਸਭ ਕੁਝ ਦੱਸ ਦਿੱਤਾ ਹੈ। ਕੀ ਕਿਹਾ ਹੈ? ਪ੍ਰਕਾਸ਼ ਨੂੰ ਸਭ ਕੁਝ ਦੱਸ ਦਿੱਤਾ? ਹਾਂ ਮਾਤਾ ਜੀ, ਗੁੱਸੇ 'ਚ ਆ ਕੇ ਮੇਰੇ ਮੂੰਹੋਂ ਸਭ ਕੁਝ ਨਿਕਲ ਗਿਆ। ਇਸੇ ਡਰ ਦੀ ਮਾਰੀ ਮੈਂ ਅੱਜ ਤੁਹਾਡੇ ਸਾਹਮਣੇ ਨਹੀਂ ਸੀ ਆਉਣਾ ਚਾਹੁੰਦੀ। ਮੈਂ ਇਸੇ ਪਿਛਵਾੜੇ ਦੇ ਜੰਗਲ 'ਚ ਬੈਠਿਆਂ ਇਸੇ ਸੋਚ 'ਚ ਇੰਨੀ ਦੇਰ ਕਰਤੀ। ਉਰਵਸ਼ੀ ਇਹ ਤੂੰ ਕੀ ਕੀਤਾ? ਕਹਿੰਦਿਆਂ ਪ੍ਰਭਾ ਦੇਵੀ ਨੇ ਦੋਵਾਂ ਹੱਥਾਂ 'ਚ ਆਪਣੇ ਸਿਰ ਨੂੰ ਇਸ ਤਰ੍ਹਾਂ ਘੁੱਟ ਲਿਆ ਜਿਵੇਂ ਉਹਨੂੰ ਪਾਟਣ ਤੋਂ ਬਚਾਉਣਾ ਚਾਹੁੰਦੀ ਹੋਵੇ। ਹੁਣ ਤੋਂ 2 ਘੜੀਆਂ ਪਹਿਲਾਂ ਮਾਂ ਧੀ ਨੂੰ ਪਈ ਸੰਭਾਲਦੀ ਸੀ, ਪਰ ਹੁਣ ਉਰਵਸ਼ੀ ਨੂੰ ਮਾਂ ਦੀ ਸੰਭਾਲ ਦਾ ਫਿਕਰ ਪਿਆ। ਤਾਂ ਉਹ ਤੇਰੇ ਨਾਲ ਵਿਆਹ? ਪ੍ਰਭਾ ਦੇਵੀ ਨੇ ਜਿਵੇਂ ਕੋਈ ਡੁੱਬ ਰਿਹਾ ਹੋਵੇ ਕਿਹਾ। ਉਹਨੇ ਨਹੀਂ, ਮੈਂ ਹੀ ਇਨਕਾਰ ਕਰ ਦਿੱਤਾ। ਉਰਵਸ਼ੀ ਤੂੰ ਤਾਂ ਸਾਰਾ ਖੇਲ ਵਿਗਾੜਤਾ। ਕੁਝ ਵੀ ਨਹੀਂ ਵਿਗਾੜਿਆ ਮਾਤਾ ਜੀ, ਇਹ ਤੁਹਾਡਾ ਵਹਿਮ ਹੈ। ਮੈਂ ਜੋ ਕੁਝ ਕੀਤਾ ਸੋਚ ਸਮਝ ਕੇ ਕੀਤਾ। ਤੁਸੀਂ ਦੱਸੋ ਇੱਕ ਬਦਮਾਸ਼ ਨਾਲ ਮੇਰਾ ਸਾਥ ਨਿਭ ਸਕਦਾ ਸੀ? ਕੁੱਲ ਦੁਨੀਆ ਦੇ ਐਪ ਉਸ ਵਿੱਚ ਨੇ। ਜੱਗੇ ਦੀ ਜ਼ੁਬਾਨੀ ਮੈਨੂੰ ਜੋ ਕੁਝ ਪਤਾ ਲੱਗਾ, ਕਦੀ ਤੁਸੀਂ ਸੁਣੋ ਤਾਂ ਹੈਰਾਨ ਰਹਿ ਜਾਓ। ਉਹ ਕੁੜੀ ਫਰੋਸ਼ਾਂ ਦੇ ਇੱਕ ਬਹੁਤ ਵੱਡੇ ਗਰੋਹ ਦਾ ਮੋਢੀ ਹੈ। ਇੱਥੇ ਜਿਹੜਾ ਉਸ ਹੋਟਲ ਦਾ ਢੋਂਗ ਰਚਿਆ, ਅਸਲ 'ਚ ਇੱਕ ਨਵੇਂ ਢੰਗ ਦਾ ਕੋਠੀਖਾਨਾ ਹੈ, ਜਿੱਥੇ ਉਹ ਦੂਰ ਦੂਰ ਤੋਂ ਕੁੜੀਆਂ ਮੰਗਾ ਕੇ ਵੱਡੇ ਵੱਡੇ ਰਾਈਸਾਂ ਨੂੰ ਸਪਲਾਈ ਕਰਦਾ ਹੈ। ਕੀ ਮਾਤਾ ਜੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਧੀ ਨਾਲ ਵੀ? ਬੋਲਦਿਆਂ ਜਿਉਂ ਹੀ ਉਰਵਸ਼ੀ ਨੇ ਮਾਂ ਦੇ ਚਿਹਰੇ ਵੱਲ ਤੱਕਿਆ ਕਿ ਡਰ ਦੇ ਮਾਰੇ ਉਹਦੀ ਗੱਲ ਵਿਚਾਲੇ ਰੁਕ ਗਈ। ਪ੍ਰਭਾ ਦੇਵੀ ਨੇ ਸ਼ਾਇਦ ਉਹਦੀ ਗੱਲ ਨਹੀਂ ਸੁਣੀ। ਉਹਦੀਆਂ ਹਰਕਤਾਂ ਤੋਂ ਸਾਫ਼ ਲੱਭਦਾ ਸੀ ਕਿ ਉਹਦਾ ਦਿਮਾਗ ਸੁੰਨ ਹੋ ਗਿਆ। ਉਹਦੀ ਨਜ਼ਰ ਆਪਣੇ ਹੱਥਾਂ ਉੱਤੇ ਗੱਡੀ ਹੋਈ ਸੀ। ਕਦੀ ਤਾਂ ਮੁੱਠਾ ਮੀਟ ਲੈਂਦੀ, ਕਦੀ ਖੋਲ੍ਹ ਕੇ ਉਂਗਲਾਂ ਨੂੰ ਦੂਜੀ 'ਚ ਫਸਾਉਂਦੀ, ਨਿਆਣੇ ਬਾਲ ਵਾਂਗ ਮਰੋੜਦੀ, ਕਦੀ ਅੱਖਾਂ ਬੰਦ ਕਰ ਲੈਂਦੀ, ਕਦੀ ਖੋਲ੍ਹ ਕੇ ਉਰਵਸ਼ੀ ਵੱਲ ਇੰਝ ਤੱਕਣ ਲੱਗਦੀ ਜਿਵੇਂ ਕਿਸੇ
ਉੱਪਰੇ ਆਦਮੀ ਨੂੰ ਅਚਾਨਕ ਕਮਰੇ 'ਚ ਵੇਖ ਕੇ ਮਾਤਾ ਜੀ ਗੱਲਾਂ ਨੂੰ ਵਿੱਚੇ ਛੱਡ ਕੇ ਉਰਵਸ਼ੀ ਚਿল্ਲਾਈ, ਮਾਤਾ ਜੀ ਇਹ ਤੁਸੀਂ ਕੀ ਕਰ ਰਹੇ ਹੋ? ਮੇਰੀਆਂ ਗੱਲਾਂ ਤੁਸੀਂ ਨਹੀਂ ਸੁਣੀਆਂ? ਕੀ ਕਿਹਾ ਈ? ਤੈਨੂੰ ਡਰ ਲੱਗ ਰਿਹਾ ਮੇਰੇ ਕੋਲੋਂ? ਤੇ ਆਪਣੇ ਚਿਹਰੇ ਤੋਂ ਤੇਜ਼ਾਬ ਨਾਲ ਸੜੇ ਹੋਏ ਚਿੰਨ੍ਹ ਮਿਟਾਉਣ ਦੇ ਇਰਾਦੇ ਨਾਲ ਪ੍ਰਭਾ ਦੇਵੀ ਨੇ ਦੋਵਾਂ ਹੱਥਾਂ ਨਾਲ ਗੱਲਾਂ ਨੂੰ ਮੱਥੇ ਨੂੰ ਰਗੜਨਾ ਸ਼ੁਰੂ ਕੀਤਾ। ਫਿਰ ਇੰਨੇ ਜ਼ੋਰ ਦੀ ਇੰਨੀ ਭਿਆਨਕ ਹਾਸਾ ਹੱਸਣ ਲੱਗੀ, ਉਰਵਸ਼ੀ ਡਰ ਕੇ ਚੀਕ ਉੱਠੀ। ਤੂੰ ਕੀ ਪਾਗਲਾ ਵਾਂਗ ਤੱਕ ਰਹੀ ਹੈ ਮੇਰੇ ਦਾਗਾਂ ਨੂੰ? ਪ੍ਰਭਾ ਦੇਵੀ ਬਰਾਬਰ ਮੂੰਹ ਤੇ ਹੱਥ ਰਗੜਦੀ ਬੋਲੀ। ਹਾਂ, ਤੂੰ ਕੀ ਕਿਹਾ ਸੀ ਉਰਵਸ਼ੀ? ਮੈਂ ਕੁਝ ਸੋਚ ਰਹੀ ਸਾਂ, ਕੋਈ ਬੜੀ ਜ਼ਰੂਰੀ ਗੱਲ ਸੀ, ਚੇਤਾ ਹੀ ਭੁਲਾਤਾ। ਤੂੰ ਉਰਵਸ਼ੀ, ਤੂੰ ਬੜੀ ਭੈੜੀ ਕੁੜੀ ਹੈ। ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਜਦੋਂ ਮੈਂ ਸੋਚਦੀ ਹੋਵਾਂ ਨਾ ਬੁਲਾਇਆ ਕਰ ਮੈਨੂੰ। ਪ੍ਰਕਾਸ਼ ਨੇ ਕੀ ਕਿਹਾ ਸੀ ਸ਼ਾਮੀ? ਕੱਲ ਕਿੱਥੇ? ਅੱਜ ਹੀ? ਕੀ ਵਕਤ ਹੈ? ਸ਼ਾਇਦ ਉਹ ਆ ਰਿਹਾ ਹੈ। ਸੁਣਨੀ ਉਰਵਸ਼ੀ, ਹੌਰਨ ਦੀ ਆਵਾਜ਼ ਨਹੀਂ ਤੈਨੂੰ ਸੁਣਾਈ ਦਿੰਦੀ? ਛੇਤੀ ਹੋ ਕੁੜੀਏ, ਕੱਪੜੇ ਬਦਲ ਉੱਠ ਕੇ। ਕਿੰਨੀ ਝੱਲੀ ਏ ਤੂੰ। ਵਿਹੜੇ 'ਚ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ। ਉਹੀ ਗੱਲ ਕੀਤੀ ਤੂੰ। ਉੱਧਰ ਲਾਵਾਂ ਦਾ ਵੇਲਾ ਹੋ ਗਿਆ। ਮਾਤਾ ਜੀ, ਉਰਵਸ਼ੀ ਉਹਨੂੰ ਜੱਫੀ ਪਾ ਕੇ ਬੋਲੀ, ਤੁਸੀਂ ਇਹ ਕੀ ਕਰ ਰਹੇ ਹੋ? ਤੁਹਾਨੂੰ ਕੀ ਹੋ ਗਿਆ ਮਾਤਾ ਜੀ? ਮੈਨੂੰ ਕੀ ਹੋ ਗਿਆ? ਉਰਵਸ਼ੀ ਦੀ ਹਾਲਤ ਵੱਲੋਂ ਉਵੇਂ ਹੀ ਬੇਪਰਵਾਹ ਪ੍ਰਭਾ ਦੇਵੀ ਬੋਲਦੀ ਗਈ। ਮੈਨੂੰ ਹੋਣਾ ਕੀ ਸੀ? ਕੁਝ ਵੀ ਨਹੀਂ। ਕੌਣ ਕਹਿੰਦਾ ਮੇਰਾ ਖਾਨਦਾਨ ਛੋਟਾ ਹੈ? ਮੈਂ ਕਰੋੜਾਂ ਦੀ ਮਾਲਕ ਹਾਂ। ਉਰਵਸ਼ੀ, ਪ੍ਰਕਾਸ਼ ਦੀ ਵਹੁਟੀ ਬਣ ਕੇ ਤੂੰ ਆਪਣੀ ਮਾਂ ਨੂੰ ਨਾ ਭੁੱਲ ਜਾਈਂ। ਤੂੰ ਮੈਨੂੰ ਕੀ ਕਿਹਾ ਸੀ? ਇਹੋ ਤਾਂ ਤੇਰੀ ਆਦਤ ਭੈੜੀ ਏ। ਰੌਲਾ ਪਾ ਕੇ ਗੱਲ ਹੀ ਭੁਲਾ ਦਿੰਦੀ ਹੈ। ਉਹ ਕਿੱਡਾ ਭੈੜਾ ਸੁਪਨਾ ਆਇਆ ਸੀ, ਪਰ ਭੈੜੇ ਸੁਪਨੇ ਤਾਂ ਅਸਲ 'ਚ ਉਲਟੇ ਸਾਬਤ ਹੁੰਦੇ ਨੇ। ਸੁਪਨੇ 'ਚ ਮੈਂ ਵੇਖਿਆ ਉਰਵਸ਼ੀ, ਤੂੰ ਕਹਿ ਰਹੀ ਹੈ ਕਿ ਪ੍ਰਕਾਸ਼ ਨਾਲ ਤੂੰ ਵਿਆਹ ਨਹੀਂ ਕਰਾਉਣਾ। ਉਰਵਸ਼ੀ ਇਸ ਵੇਲੇ ਜਿਸ ਹਾਲਤ 'ਚੋਂ ਲੰਘ ਰਹੀ ਸੀ, ਇਹ ਉਸ ਲਈ ਅਨੇਕਾਂ ਮੌਤਾਂ ਨਾਲੋਂ ਵੱਧ ਸੀ। ਆਪਣੀ ਮਾਂ ਨੂੰ ਉਹ ਕਲਾਵਿਆਂ 'ਚ ਭਰ ਭਰ ਕੇ ਰੋ ਕੇ ਵਾਸਤੇ ਪਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਪ੍ਰਭਾ ਦੇਵੀ ਸੀ ਕਿ ਸਗੋਂ ਜ਼ਿਆਦਾ ਤੋਂ ਜ਼ਿਆਦਾ ਤੇਜ਼ ਤੋਂ ਤੇਜ਼ ਉੱਚੀ ਤੋਂ ਉੱਚੀ ਬੋਲੀ ਜਾ ਰਹੀ ਸੀ। ਅਖੀਰ ਬੋਲਦੀ ਬੋਲਦੀ ਜਦ ਥੱਕ ਕੇ ਹੌਂਕਣ ਲੱਗ ਪਈ ਤਾਂ ਉਰਵਸ਼ੀ ਨੇ ਉਹਨੂੰ ਲਿਟਾ ਕੇ ਉੱਤੇ ਰਜਾਈ ਦੇਤੀ ਤੇ ਪ੍ਰਭਾ ਦੇਵੀ ਸੌਂ ਗਈ। ਇਹ ਕੀ ਭਾਣਾ ਵਰਤ ਗਿਆ? ਇੰਨੀ ਛੇਤੀ ਜੀ ਮਾਤਾ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ? ਜੇ ਪਾਗਲਪੁਣੇ ਦਾ ਦੌਰਾ ਵੱਧਦਾ ਖਤਰਨਾਕ ਸ਼ਕਲ ਇਖਤਿਆਰ ਕਰ ਗਿਆ। ਪਰਦੇਸ ਵਿੱਚ ਜਿੱਥੇ ਨਾ ਕੋਈ ਜਾਣ ਨਾ ਪਛਾਣ, ਜਿਹਨੇ ਉਂਗਲੀ ਲਾ ਕੇ ਲਿਆਂਦਾ ਸੀ, ਉਹਨੂੰ ਜਿਸ ਹਾਲਤ 'ਚ ਅੱਜ ਮੈਂ ਦੁਰਕਾਰਿਆ, ਪਤਾ ਨਹੀਂ ਦਿਨ ਚੜ੍ਹਦਿਆਂ ਉਹ ਕਿਹੜੇ ਰੰਗ 'ਚ ਪੇਸ਼ ਆਉਂਦਾ। ਸਾਰੀ ਰਾਤ ਉਰਵਸ਼ੀ ਗੋਤਿਆਂ 'ਚ ਪਈ ਰਹੀ। ਪ੍ਰਭਾਤ ਹੋ ਗਈ। ਕਮਰੇ 'ਚ ਜਾਗਰੀ ਬੱਤੀ ਦਾ ਚਾਨਣ ਫਿੱਕਾ ਹੋਣਾ ਸ਼ੁਰੂ ਹੋ ਗਿਆ। ਉਰਵਸ਼ੀ ਮਾਂ ਦੇ ਮੰਜੇ ਕੋਲ ਬੈਠੀ ਉਂਘਲਾ ਰਹੀ ਸੀ ਤੇ ਉਂਘਲਾਈਆਂ ਅੱਖਾਂ ਨਾਲ ਉਹਨੇ ਕਲੌਕ ਵੱਲ ਤੱਕਿਆ, ਜਿਹਦੀ ਚਾਲ ਹੋਰ ਵੀ ਮੱਧਮ ਪੈ ਗਈ ਸੀ। ਇਹ ਟਿਕ ਦੀ ਆਵਾਜ਼ ਹੁਣ ਮਸਾਂ ਦਿਲ ਦੀ ਧੜਕਣ ਜਿੰਨੀ ਸੁਣਾਈ ਦਿੰਦੀ ਸੀ। ਉਰਵਸ਼ੀ ਮੰਜੇ ਤੋਂ ਉੱਠੀ। ਮਾਂ ਦੇ ਮੂੰਹ ਤੇ ਰਜਾਈ ਉਤਾਰ ਕੇ ਉਸ ਵੇਖਿਆ ਉਹਨੂੰ ਧੀਮੇ ਧੀਮੇ ਸਵਾਸ ਆ ਰਹੇ ਸੀ ਤੇ ਚਿਹਰੇ ਦੇ ਦਾਗ ਇੱਕੋ ਰਾਤ 'ਚ ਹੋਰ ਕਾਲੇ ਹੋਰ ਡਰਾਉਣੇ ਹੋ ਗਏ ਸੀ। ਉਰਵਸ਼ੀ ਨੇ ਕਮਰੇ 'ਚ ਚੁਫੇਰੇ ਨਜ਼ਰ ਦੌੜਾਈ, ਜਿਵੇਂ ਭਵਿੱਖ ਦੀ ਸਰਵਨਾਸ਼ੀ ਹੋਣੀ ਕਈਆਂ ਵੱਖੋ ਵੱਖ ਸ਼ਕਲਾਂ 'ਚ ਉਹਦੇ ਸਾਹਮਣੇ ਨੱਚ ਰਹੀ ਸੀ। ਫਿਰਦੀ ਫਿਰਦੀ ਉਹਦੀ ਨਜ਼ਰ ਸ਼ਿੰਗਾਰਦਾਨ ਉੱਤੇ ਪਏ ਇੱਕ ਲੈਟਰ ਪੈਡ ਤੇ ਜਾ ਪਈ। ਉਹਨੇ ਪੈਡ ਨਾਲੋਂ ਇੱਕ ਕਾਗਜ਼ ਫਾੜਿਆ, ਉਸ ਤੇ ਕੁਝ ਸਤਰਾਂ ਲਿਖੀਆਂ। ਪਰਸ 'ਚੋਂ 5 ਰੁਪਏ ਦਾ ਨੋਟ ਕੱਢ ਕੇ ਬਾਹਰ ਨਿਕਲੀ। ਚੌਕੀਦਾਰ ਆਪਣੀ ਕੋਠੜੀ 'ਚ ਘੁਰਾੜੇ ਮਾਰ ਰਿਹਾ ਸੀ। ਉਹਨੂੰ ਜਗਾ ਕੇ ਉਰਵਸ਼ੀ ਨੇ ਕਿਹਾ, ਚੌਕੀਦਾਰ, ਡਾਕਖਾਨੇ 'ਚ ਜਾ ਕੇ ਇੱਕ ਤਾਰ ਦੇ ਆਣਾ ਝਟਪਟ। ਚੌਕੀਦਾਰ ਨੇ ਅੱਖਾਂ ਮਲਦਿਆਂ ਨੋਟ ਤੇ ਕਾਗਜ਼ ਫੜ ਲਿਆ ਤੇ ਪੱਟ ਦੀ ਬੁੱਕਲ ਮਾਰ ਕੇ ਕੋਠੀ 'ਚੋਂ ਬਾਹਰ ਆ ਗਿਆ। ਧੰਨਵਾਦ।